ਗੁਰੂ ਸਾਹਿਬ ਵੱਲੋਂ ਬਖਸ਼ੀ ਸੰਗੀਤ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਵਾਲੀ ਟਕਸਾਲ ਦੇ ਬਾਨੀ ਸੰਤ ਬਾਬਾ ਸੁੱਚਾ ਸਿੰਘ ਜੀ, ਜਿਨ੍ਹਾਂ ਨੇ ਇਹ ਕਾਰਜ ਆਰੰਭੇ ਅਤੇ ਉਹ ਚੱਲ ਰਹੇ ਨੇ ਅਤੇ ਸੰਗਤਾਂ ਦਾ ਮਾਣ ਲੈ ਰਹੀਆਂ ਨੇ। ਸੰਤ ਬਾਬਾ ਅਮੀਰ ਸਿੰਘ ਜੀ, ਮੇਰੇ ਵੱਡੇ ਵੀਰ ਡਾਕਟਰ ਸੁਖਦਿਆਲ ਸਿੰਘ ਜੀ, ਸੁਰਜੀਤ ਸਿੰਘ ਜੀ ਪਾਤਰ, ਬਾਬਾ ਜੀ, ਮੇਰੇ ਸਹਿਪਾਠੀ ਸਾਧ ਚਰਨਜੀਤ ਸਿੰਘ ਅਤੇ ਸਾਰੇ ਵਿਦਿਆਰਥੀ ਦੋਸਤੋ ਮਿੱਤਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਨੇ ਇਤਿਹਾਸਕ ਪੱਖ ਕੁਛ ਉਜਾਗਰ ਕੀਤੇ ਨੇ। ਮੇਰਾ ਜਿਹੜਾ ਵਿਸ਼ਾ ਹੈ ਉਹ ਹੈ ਕਿ ਖਾਲਸਾਈ ਸ਼ਾਨ ਅਤੇ ਖਾਲਸਾਈ ਜਿਹੜੇ ਸਿਧਾਂਤ ਹੈ ਉਸ ਦਾ ਅਡੋਲ ਪਹਿਰੇਦਾਰ ਬਾਬਾ ਬੰਦਾ ਸਿੰਘ ਬਹਾਦਰ। ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਇਹ ਸਾਡੇ ਜਿੰਨੇ ਵੀ ਸ਼ਹੀਦ ਇਸ ਕੌਮ ਨੇ ਪੈਦਾ ਕੀਤੇ ਨੇ ਉਹ ਕਿਸੇ ਹੋਰ ਕੌਮ 'ਚ ਨਹੀਂ ਹੋਏ। ਕ੍ਰਿਸਚਨਸ ਦਾ ਇੱਕ ਸ਼ਹੀਦ ਹੋਇਆ, ਉਹਨਾਂ ਨੇ ਆਪਣੀ ਛਾਤੀ ਨਾਲ ਲਾ ਕੇ ਰੱਖ ਲਿਆ ਕ੍ਰਾਸ, ਅਤੇ ਦੁਨੀਆ 'ਤੇ ਰਾਜ ਕਰ ਰਹੇ ਨੇ। ਅੱਜ ਕਿਉਂ ਇੰਨੇ ਸ਼ਹੀਦਾਂ ਦੇ ਹੋਣ ਦੇ ਬਾਵਜੂਦ ਸਿੱਖੀ ਰੁਲ ਰਹੀ ਹੈ, ਸਿੱਖਾਂ ਦੇ ਸ਼ਹੀਦ ਰੁਲ ਰਹੇ ਨੇ, ਉਹਨਾਂ ਦੇ ਬਾਰੇ ਭੁਲੇਖੇ ਪਾਏ ਜਾ ਰਹੇ ਨੇ, ਇਸ ਚੀਜ਼ ਦੀ ਵਿਚਾਰ ਹੋਏਗੀ। ਹੁਣ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਇਤਿਹਾਸ ਜ਼ਿਕਰ ਕੀਤਾ ਸੀ ਸਿੰਘ ਸਭਾ ਲਾਹੌਰ ਅਤੇ ਸਿੰਘ ਸਭਾ ਅੰਮ੍ਰਿਤਸਰ। ਇਸ ਟਸਲ ਵਿੱਚ ਇਤਿਹਾਸ ਨੂੰ ਕੀ ਵਿਗਾੜ ਪਾਏ ਗਏ, ਇਸ 'ਤੇ ਮੇਰੀ ਪੂਰੀ ਕਿਤਾਬ ਜਿਹੜੀ ਹੈ 500-600 ਸਫ਼ੇ ਦੀ ਤਿਆਰ ਹੋ ਚੁੱਕੀ ਹੈ। ਮੇਰਾ ਖਿਆਲ ਹੈ ਸਾਲ ਦੇ ਅੰਤ ਤੱਕ ਉਹ ਛਪ ਜਾਏਗੀ। ਔਰ ਮੈਂ ਕਿਸੇ ਦਾ ਕੋਈ ਲਿਹਾਜ਼ ਨਹੀਂ, ਮੈਨੂੰ ਹਰੇਕ ਰਾਈਟਰ ਦਾ ਨਾਮ ਲੈ ਕੇ, ਕਿਉਂਕਿ ਐਵੇਂ ਲਿਖਣ ਦਾ ਫਾਇਦਾ ਹੀ ਨਹੀਂ ਜੇ ਸਸਪੈਂਸ ਹੀ ਰਹਿ ਜਾਵੇ। ਡਾਕਟਰ ਗੰਡਾ ਸਿੰਘ ਜੀ ਦੀ ਗੱਲ ਕੀਤੀ ਹੈ। ਡਾਕਟਰ ਗੰਡਾ ਸਿੰਘ ਜੀ ਨੇ ਆਪਣੀ PhD ਜਿਹੜੀ ਕੀਤੀ ਅਹਿਮਦ ਸ਼ਾਹ ਅਬਦਾਲੀ 'ਤੇ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਹਨਾਂ ਦੇ ਗਾਈਡ ਸਨ। ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਨੇ PhD ਲਈ। ਅਹਿਮਦ ਸ਼ਾਹ ਅਬਦਾਲੀ ਦਾ ਵਿਖਿਆਨ ਕੀਤਾ ਜਾਵੇ ਅਤੇ ਬਾਬਾ ਦੀਪ ਸਿੰਘ ਦਾ ਨਾਮ ਮਾਈਨਸ ਕਰ ਦਿਓ, ਸਾਰੀ ਕਿਤਾਬ ਚੈੱਕ ਕਰ ਲੈਣਾ। ਇਹ ਇਕੱਲਾ ਇੰਸੀਡੈਂਟ ਨਹੀਂ ਹੈ, ਬਹੁਤ ਨੇ। ਸਰਕਾਰਾਂ, ਇੱਕ ਅਲਫਰਡ ਸਟਿਊਮੈਨ ਦੀ ਬੁੱਕ ਹੈ ਇੰਟਰਨੈਸ਼ਨਲ ਪੋਲੀਟਿਕਸ, ਉਹਨੇ ਕੋਈ ਹਿੰਦੁਸਤਾਨ ਨਹੀਂ ਦੇਖਿਆ, ਉਹਨੇ ਸਰਕਾਰਾਂ ਹੀ ਦੱਸੀਆਂ ਵੀ ਇਹ ਜਿਹੜੀ ਲੜਾਈ ਹੈ ਧਰਮ ਅਤੇ ਅਧਰਮ ਦੀ, ਸੱਚ ਅਤੇ ਝੂਠ ਦੀ, ਗਿਆਨ ਅਤੇ ਅਗਿਆਨ ਦੀ, ਇਹ ਨਿਰੰਤਰ ਚੱਲਦੀ ਹੈ। ਅਤੇ ਇਹਨਾਂ ਦੇ ਜਿਹੜੇ ਪਹਿਰੇਦਾਰ ਹੁੰਦੇ ਨੇ ਉਹ ਹੁੰਦੇ ਪੈਗੰਬਰ। ਅਤੇ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ, ਉਹਨਾਂ ਨੇ ਆਪਣੇ ਸਾਰੇ ਜੀਵਨ ਕਾਲ 'ਚ ਜੋ ਵਿਦੇਸ਼ਾਂ ਦੇਸ਼ਾਂ ਦਾ ਪਰਯਟਨ ਕੀਤਾ ਅਤੇ ਲੋਕਾਂ ਨੂੰ ਸੱਚ ਤੋਂ ਜਾਣੂ ਕਰਾਇਆ। ਸੱਚ, ਇਸ ਲਈ ਉਹ ਆਸਾ ਦਰਬਾਰ 'ਚ ਲਿਖਦੇ ਹਨ ਨਾ, ਸੱਚ ਤਾਂ ਪਰ ਜਾਣਿਆ ਜੇ ਹਿਰਦਾ ਸੱਚਾ ਹੋਵੇ। ਹੁਣ ਸਾਰੇ ਕਹਿੰਦੇ ਸੀ ਸੱਚ ਬੋਲ ਰਹੇ ਹਾਂ, ਸੱਤਿਅ ਮੇਂ ਜਯਤੇ, ਸਾਰੇ ਝੂਠੇ ਇੱਥੇ, ਵਰਕ ਇਜ਼ ਵਰਸ਼ਿਪ, ਸਾਰੇ ਨਿਕੰਮੇ ਇੱਥੇ, ਔਨੈਸਟ ਇਜ਼ ਦੀ ਬੈਸਟ ਪੋਲਿਸੀ, ਸਾਰੇ ਬੇਈਮਾਨ ਇੱਥੇ। ਉਹ ਹੈ ਕਿ ਅੰਤਰਮੁਖੀ ਜਿਹੜਾ ਸੱਚ ਹੈ ਨਾ, ਉਹੀ ਤੁਹਾਡੇ ਬਾਹਰਮੁਖੀ ਪ੍ਰਗਟ ਕਰੇਗਾ। ਉਹ ਜਨੇਊ ਦੇ ਖਿਲਾਫ ਨਹੀਂ ਸੀ, ਉਸ ਅੰਦਰੂਨੀ ਭੇਖ ਦੇ ਖਿਲਾਫ ਸੀ, ਅੰਦਰੂਨੀ ਝੂਠ ਦੇ ਖਿਲਾਫ ਸਨ। ਗੁਰੂ ਸਾਹਿਬ ਨੇ ਜਿਹੜਾ ਇੱਕ ਨੀਂਹ ਰੱਖੀ, ਉਸ ਨੂੰ ਨਿਰਮਲ ਪੰਥ ਵੀ ਕਿਹਾ ਜਾਂਦਾ, ਸੱਚ ਦਾ ਮਾਰਗ ਵੀ ਕਿਹਾ ਗਿਆ।
ਉਸ ਨੂੰ ਗੁਰਮੁਖ ਪੰਥ ਵੀ ਕਿਹਾ ਗਿਆ, ਨਿਰਮਲ ਪੰਥ ਕਿਹਾ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨਾ, ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਜਿਹੜੀ ਟਰਾਂਸਫਰਮੇਸ਼ਨ ਹੈ ਨਾ ਨਿਰਮਲ ਪੰਥ ਤੋਂ ਖਾਲਸਾ ਪੰਥ ਦੀ, ਇਹਨੂੰ ਪੀਰੀਅਡ ਹੈ ਪੂਰਾ 220-25 ਸਾਲ ਦਾ। ਤੇ ਪੰਥ ਕੀ ਹੁੰਦਾ? ਰਾਹ। ਤੇ ਜਿਹੜਾ ਹਿੰਦੂਇਜ਼ਮ ਸੀ ਉਹ 4 ਵਰਨਾਂ 'ਚ ਵੰਡਿਆ ਵੀ ਤੇਰੀ ਡਿਊਟੀ ਲੜਨ ਦੀ, ਤੇਰੀ ਵਿੱਦਿਆ ਦੇਣ ਦੀ, ਤੇਰੀ ਇਹ ਕੰਮ ਕਰਨ ਦੀ, ਤੇ ਤੇਰੀ ਆ ਟਰੇਡ ਕਰਨ ਦੀ। ਸਾਡੇ ਵਰਨ ਸਿਸਟਮ ਖਤਮ ਕਰਤਾ ਗੁਰੂ ਨੇ। ਆਲ ਇਨ ਵਨ, ਇੱਕੋ ਹੀ ਵੀ ਤੂੰ ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ ਤੇ ਵੰਡ ਵੀ ਛਕਣਾ। ਤੇ ਨਾਮ ਜਪਦੇ ਜਦੋਂ ਇਹ ਨਹੀਂ ਕਿ ਤੇਰੇ 'ਤੇ ਕੋਈ ਮੁਸੀਬਤ ਆਏ ਤੇ ਤੂੰ ਉਡੀਕਿਆ ਵੀ ਕਦੋਂ ਖਤਰੀ ਆਏਗਾ ਤੇ ਮੈਨੂੰ ਬਚਾਏਗਾ। ਇੱਕ ਲਤੀਫਾ ਛੋਟਾ ਜਿਹਾ ਕਿ ਇੱਕ ਪੰਡਤ ਜੀ ਜਾ ਰਹੇ ਸੀ, ਹੈ ਟਰੇਡਰ ਹੈ ਵੈਸੇ, ਕਿਉਂਕਿ ਕਿੱਤੇ ਬਦਲ ਗਏ। ਰਾਹ 'ਚ ਡਾਕੂਆਂ ਨੇ ਘੇਰ ਲਿਆ ਅਤੇ ਉਹਨਾਂ ਕਿਹਾ ਵੀ ਜੋ ਜੋ ਹੈ ਦੇ ਦੇ। ਉਹਦੀਆਂ ਮੁੰਦਰੀਆਂ ਲਵਾ ਲਈਆਂ, ਉਹਦੇ ਜੋ ਵੀ ਹਾਰ ਹੂਰ ਪਾਏ ਸੀ, ਜੋ ਰੁਪਈਏ ਸਾਰੇ ਲੈ ਲਏ। ਉਹ ਕਮੀਜ਼ ਦੇ ਥੱਲੇ ਧਾਗਾ ਜਿਹਾ ਨਜ਼ਰ ਆਇਆ ਅਤੇ ਉਹ ਕਹਿੰਦਾ ਵੀ ਇਹ ਕੀ ਆ? ਕਹਿੰਦਾ ਜੀ ਰਿਵਾਲਵਰ ਹੈ। ਕਹਿੰਦਾ ਇਹ ਕਾਹਦੇ ਲਈ? ਕਹਿੰਦਾ ਔਖੇ ਸਮੇਂ ਲਈ। ਕਹਿੰਦਾ ਇੱਦੋਂ ਔਖਾ ਸਮਾਂ ਤੇਰੇ 'ਤੇ ਕਿਹੜਾ ਆਉਣਾ ਸੀ ਜਿਹੜਾ ਤੂੰ ਕੱਢੀ ਨਹੀਂ। ਸੋ ਖਾਲਸਾ ਜਿਹੜਾ ਹੈ ਨਾ, ਉਹ ਇਹ ਨਹੀਂ ਵੀ ਔਖੇ ਸਮੇਂ ਨੂੰ ਉਡੀਕ ਕੇ ਵੀ ਕੌਣ ਆਏਗਾ ਮੈਨੂੰ ਆ ਕੇ ਬਚਾਏਗਾ। ਸੰਤ ਸਿਪਾਹੀ, ਅਤੇ ਸਿਪਾਹੀ ਦੇ ਹੱਥ 'ਚ ਕਿਰਪਾਨ ਜਿਹੜੀ ਹੈ ਨਾ, ਉਹ ਐਵੇਂ ਨਹੀਂ ਦਿੱਤੀ ਜਾਂਦੀ। ਕਿਉਂਕਿ ਸੰਤ ਹੈ ਨਾਲ, ਉਹ ਉਸ ਦਾ ਗਲਤ ਯੂਜ਼ ਨਹੀਂ ਕਰੇਗਾ। ਇਸ ਦਾ ਜ਼ਿਕਰ ਹਰੇਕ ਧਾਰਮਿਕ ਗ੍ਰੰਥੀ 'ਚ। ਹੁਣ ਜਿਹੜਾ ਹੈ ਗੁਰੂ ਸਾਹਿਬ ਖਾਲਸਾ ਸਾਜਦੇ ਨੇ, ਕਿਉਂਕਿ ਸਪਿਰਿਟ ਤੋਂ ਬਿਨਾਂ ਬੰਦਾ ਬਹਾਦਰ ਨੂੰ ਸਮਝਣਾ ਬਹੁਤ ਮੁਸ਼ਕਿਲ ਹੁੰਦਾ। ਖਾਲਸਾ ਸਾਜਦੇ ਨੇ ਉਹ। ਤੁਸੀਂ ਜੇ ਬੋਧੀ ਧਰਮ ਦੇਖੋ, ਮਹਾਤਮਾ ਬੁੱਧ ਨੇ ਕੀਤਾ ਸੀ, ਉਹਨੇ ਅੱਗੇ ਸਕਸੈਸਰ ਨਹੀਂ ਬਣਾਏ, ਲੇਕਿਨ ਗੁਰੂ ਨਾਨਕ ਦੇਵ ਜੀ ਨੇ ਸਕਸੈਸਰ ਬਣਾਏ ਨੇ। 9 ਸਕਸੈਸਰ ਆਏ ਨੇ। ਬੁੱਧ ਨੇ ਆਪਣਾ ਕੋਈ ਬੁੱਧ ਨਹੀਂ ਨਵਾਂ ਅੱਗੇ ਕਿਹੜਾ ਕੀਤਾ, ਉਹਨੇ ਸੰਘ ਖੜਾ ਕਰਤਾ, ਭਿੱਖੂ ਖੜੇ ਕੀਤੇ। ਉਹ ਭਿੱਖੂ ਉਹ ਸਨ ਜਿਹੜੇ ਕਿ ਤੁਰਦੀ ਫਿਰਦੀ ਲਾਇਬ੍ਰੇਰੀ ਨੇ, ਗਿਆਨ ਦੇ ਸੋਮੇ ਨੇ। ਪਰ ਬਦਕਿਸਮਤੀ ਨਾਲ ਸਿੱਖ ਨੇ ਜਿਹਨੇ ਸਿੱਖਣਾ ਸੀ, ਗਿਆਨ ਦਾ ਸੋਮਾ ਹੋ ਕੇ ਵਿਸਰਨਾ ਸੀ, ਉਹ ਪਦਾਰਥਵਾਦ ਦੀ ਲਹਿਰ ਦੇ ਵਿੱਚ ਆਪਣੇ ਆਪ ਨੂੰ ਗਰਕ ਕਰ ਰਿਹਾ। ਗੁਰੂ ਸਾਹਿਬ ਨੇ ਇਸੇ ਤਰ੍ਹਾਂ, ਕ੍ਰਾਈਸਟ ਨੇ ਵੀ, ਸਾਰੇ ਜਿਹੜੇ ਧਰਮ ਉਹਨਾਂ ਨੇ ਕੋਈ ਨਾ ਕੋਈ ਇੰਸਟੀਟਿਊਸ਼ਨ ਬਣਾਇਆ ਜਿਹੜਾ ਕਿ ਉਹਨਾਂ ਦੇ ਧਰਮ ਨੂੰ ਅੱਗੇ ਚਲਾ ਸਕੇ, ਉਹ ਧਰਮ 'ਤੇ ਪਹਿਰਾ ਦੇ ਸਕੇ। ਅਤੇ ਸਾਨੂੰ ਸਭ ਨੂੰ ਪਤਾ ਹੈ ਕਿ ਡਾਕਟਰ ਸਾਹਿਬ ਨੇ ਵੀ ਜ਼ਿਕਰ ਕੀਤਾ ਨਾ, ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਚੁਣਨਾ ਨਾ, ਉਹ ਪ੍ਰੀਖਿਆ ਲਈ ਗਈ ਹੈ। ਸਾਰੇ ਗੁਰੂਆਂ ਨੇ ਕਰੜੀ ਪ੍ਰੀਖਿਆ ਤੋਂ ਬਾਅਦ ਹੀ ਆਪਣਾ ਉੱਤਰਾਧਿਕਾਰੀ ਚੁਣਿਆ, ਘਰੋਂ ਨਹੀਂ ਚੁੱਕ ਲਿਆ। ਅਤੇ ਜੇ ਚੌਥੇ ਪਾਤਸ਼ਾਹ ਤੋਂ ਇਹ ਸੋਢੀ ਕੁਲ ਦੇ ਵਿੱਚ ਵੀ ਰਹੀ ਹੈ, ਅਤੇ ਫਿਰ ਲਾਅ ਆਫ ਪ੍ਰੋਮਿਗਨੇਚਰ ਜਿਹੜਾ ਵੀ ਵੱਡਾ ਪੁੱਤਰ ਹੀ ਬਣੇਗਾ, ਉਹ ਵੀ ਨਹੀਂ ਚੱਲੀ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਨਾ ਕੀਤੀ ਤਾਂ ਉਹਨਾਂ ਨੇ ਆਪਣੇ ਖਾਲਸੇ ਦੀ, ਆਪਣੇ ਡਿਸਾਈਪਲਸ ਦੀ, ਆਪਣੇ ਸਿੱਖਾਂ ਦੀ ਇੱਕ ਕਰੜੀ ਪ੍ਰੀਖਿਆ ਲਈ। ਉਹ ਪ੍ਰੀਖਿਆ ਦੀ ਲੋੜ ਨਹੀਂ ਮੈਨੂੰ ਦੱਸਣ ਦੀ, ਸਭ ਨੂੰ ਪਤਾ। ਉਹ ਗੁਰ ਆਗੇ ਸੀਸ ਪੇੜ ਦਿਓ। ਜੇ ਭਾਈ ਮਰਦਾਨਾ ਸੀ, ਉਸ ਦੀ ਰਬਾਬ ਚੁੱਕ ਕੇ ਉਹ ਨਿਰੰਕਾਰ ਦੀ ਆਵਾਜ਼ ਹੈ, ਤਨ ਨਿਰੰਕਾਰ। ਸਾਦਕ ਅਲੀ ਦੀ ਇੱਕ ਬੁੱਕ ਹੈ ਪਾਕਿਸਤਾਨ 'ਚ ਛਪੀ, ਕਾਨੂੰਨ ਮੌਸੀਕੀ। ਉਹ ਕਹਿੰਦਾ ਵੀ ਬਾਬੇ ਨਾਨਕ ਨੂੰ ਉਹਨੇ ਇੱਕ ਸਰੈਂਡਰ ਕੀਤਾ, ਬਾਬੇ ਨਾਨਕ ਅੱਗੇ ਉਹ ਸਰੈਂਡਰ ਕੀਤਾ ਤਨ ਮਨ ਧਨ। ਅਤੇ ਉਹਦੀ ਜਿਹੜੀ ਰਬਾਬ ਹੈ ਨਾ, ਬਾਬੇ ਦੇ ਸ਼ਬਦਾਂ ਦੇ ਉੱਤੇ ਫਿਰ ਤਨ ਨਿਰੰਕਾਰ ਹੀ ਸੀ। ਜਦੋਂ ਉਹ ਚਲਾਉਂਦਾ ਨਾ ਉਹਦੀ ਤਾਰ, ਅਤੇ ਉਹਦੇ 'ਚ ਤਨ ਨਿਰੰਕਾਰ ਦੀ ਆਵਾਜ਼ ਆਉਂਦੀ, ਅਤੇ ਉਹ ਤਨ ਨਿਰੰਕਾਰ ਹੀ ਲੋਕਾਂ ਦੇ ਅੰਦਰ ਜਾਂਦਾ ਸੀ। ਇਸੇ ਲਈ ਉਸ ਸ਼ਬਦ ਦਾ ਅਸਰ ਸੀ। ਅੱਜ ਉਸ ਸ਼ਬਦ ਦਾ ਅਸਰ ਨਹੀਂ ਹੈ, ਸ਼ਬਦ ਤਾਂ ਉਹੀ ਹੈ। ਹੁਣ ਖਾਲਸਾ ਸਾਜਣ ਲਈ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਸੀ ਕਿ ਪਰਸਨਲ ਗੁਰੂਸ਼ਿਪ ਖਤਮ ਕੀਤੀ, ਕਿਉਂਕਿ ਅੱਗੇ ਉੱਤਰਾਧਿਕਾਰੀ ਨਹੀਂ ਹੈ। ਅੱਗੇ ਨਹੀਂ ਕੋਈ ਆਪਣਾ ਥਾਪ ਵੀ ਸਕਦੇ ਸੀ, ਪਰ ਨਹੀਂ।
ਫਿਰ ਮਸੰਦ ਜਿਹੜੇ ਸੀ ਆਪਣੇ ਆਪ ਨੂੰ ਗੁਰੂ ਖਵਾਉਣ ਲੱਗ ਪਏ, ਜਿਹਦਾ ਜ਼ਿਕਰ 33 ਸਵਈਆਂ 'ਚ ਗੁਰੂ ਗੋਬਿੰਦ ਸਿੰਘ ਜੀ ਕਰਦੇ ਨੇ। ਉਹਨਾਂ ਦੀ ਅਥਾਰਟੀ ਖਤਮ ਕਰਨੀ ਸੀ, ਉਹ ਖਤਮ ਕੀਤੀ ਗਈ। ਉਹ ਹੁਕਮਨਾਮੇ ਗੁਰੂ ਸਾਹਿਬ ਦੇ, ਮਾਤਾ ਸੁੰਦਰੀ ਦੀ, ਮਾਤਾ ਸਾਹਿਬ ਦੇਵਾਂ ਦੇ, ਉਹ ਇਸ ਚੀਜ਼ ਦੀ ਪ੍ਰੋੜਤਾ ਕਰਦੇ ਨੇ। ਗੁਰਸੋਭਾ ਗ੍ਰੰਥ ਇਹ ਵੀ ਇਸ ਚੀਜ਼ ਦੀ ਪ੍ਰੋੜਤਾ ਕਰਦਾ। ਗੁਰੂ ਸਾਹਿਬ ਨੇ ਜਿਹੜੇ 5 ਪਿਆਰੇ ਬਣਾਏ ਅਤੇ ਨਾਲ ਕੀ ਹੁਕਮ ਕੀਤਾ। ਬਚਿੱਤਰ ਨਾਟ ਜੀ ਕਹਿੰਦੇ ਨੇ ਅਕਾਲ ਪੁਰਖ ਬਾਤ ਜਿਹੜਾ, ਮੈਂ ਆਪਣਾ ਸੁੱਤ ਤੋਂ ਹੀ ਨਿਵਾਜਾ, ਕਿ ਗੁਰੂ ਸਾਹਿਬ ਨੂੰ ਸ਼ਕਤੀ ਕਿੱਥੋਂ ਮਿਲ ਰਹੀ ਹੈ? ਪਰਮਾਤਮਾ ਤੋਂ। ਜੇ ਗੁਰੂ ਨਾਨਕ ਦੇਵ ਜੀ ਨੇ ਅੰਗਦ ਨੂੰ, ਗੁਰੂ ਅੰਗਦ ਦੇਵ ਜੀ ਲਹਿਣੇ ਨੂੰ ਅੰਗਦ ਬਣਾਇਆ, ਉਹੀ ਸੀ ਆਪਣੀ ਸਪਿਰਿਟ ਜਿਹੜੀ ਹੈ ਉਹਦੇ 'ਚ ਟਰਾਂਸਫਰ ਕਰ ਰਹੇ ਨੇ, ਤਦੇ ਉਹਨਾਂ ਨੇ ਬਾਣੀ ਰਚਣੀ ਸ਼ੁਰੂ ਕੀਤੀ, ਪਹਿਲਾਂ ਤਾਂ ਨਹੀਂ ਰਚੀ। ਇਹੀ ਸਪਿਰਿਟ ਖਾਲਸੇ ਨੂੰ ਜਦੋਂ ਨੇ ਟਰਾਂਸਫਰ ਕੀਤੀ ਤੇ ਖਾਲਸਾ ਮੇਰਾ ਰੂਪ ਹੈ ਖਾਸ ਹੋ ਗਿਆ। ਹੁਣ ਬੰਦਾ ਬਹਾਦਰ 'ਤੇ ਆਉਂਦੇ ਆਪਾਂ। ਗੁਰੂ ਸਾਹਿਬ ਤਲਵੰਡੀ ਸਾਬੋ ਸਨ। ਜਦੋਂ ਉਹਨਾਂ ਨੇ ਇੱਥੋਂ ਚੱਲਣ ਦਾ ਫੈਸਲਾ ਕੀਤਾ ਸਾਊਥ, ਦੱਖਣੀ ਭਾਰਤ 'ਚ, ਅਤੇ ਸੰਗਤਾਂ ਨੇ ਕਿਹਾ ਮਹਾਰਾਜ ਇੱਥੇ ਸੰਗਤ ਲੱਗ ਰਹੀ ਹੈ, ਤੁਸੀਂ ਉਸ ਭੱਠ 'ਚ ਜਾ ਕੇ ਕੀ ਕਰਨਾ ਹੈ? ਇਹ ਸਾਖੀ ਪੋਥੀ 'ਚ ਸਾਖੀ ਆਉਂਦੀ। ਅਤੇ ਗੁਰੂ ਸਾਹਿਬ ਨੇ ਕਿਹਾ ਨਾ ਵੇ, ਮੇਰੇ ਉੱਥੇ ਕਾਰਜ ਨੇ। ਗੁਰੂ ਸਾਹਿਬ ਇੱਕ ਕਾਰਜ ਦੇ ਅਧੀਨ ਗਏ ਨੇ। ਅਤੇ ਜ਼ਫਰਨਾਮਾ ਪੜ੍ਹੋਗੇ ਤਾਂ ਜ਼ਫਰਨਾਮਾ ਜਿਹੜਾ ਦੀਨਾ ਕਾਂਗੜ ਤੋਂ ਲਿਖਿਆ ਗਿਆ, ਔਰੰਗਜ਼ੇਬ ਨੂੰ ਇੱਕ ਵਾਰਨਿੰਗ ਦਿੱਤੀ ਗਈ ਹੈ ਕਿ ਮੈਂ ਤੇਰੇ ਪੈਰਾਂ ਹੇਠਾਂ ਇੰਨੀ ਅੱਗ ਵਿਛਾ ਦਾਂਗਾ ਕਿ ਤੂੰ ਇੱਥੇ ਪੈਰ ਰੱਖਣ ਜੋਗਾ ਵੀ ਨਹੀਂ ਰਹੇਗਾ। ਇਹ ਇੱਕ ਵਾਰਨਿੰਗ ਸੀ। ਅਤੇ ਗੁਰੂ ਸਾਹਿਬ ਉੱਥੇ ਗਏ। 3 ਸਤੰਬਰ 1708 ਨੂੰ ਬੰਦਾ ਬਹਾਦਰ ਨਾਲ ਮੇਲ ਹੁੰਦਾ। ਹੁਣ ਬੰਦਾ ਬਹਾਦਰ ਦੇਖੋ ਹੈ ਤਾਂ ਰਜੌਰੀ ਦਾ, ਉਹਦਾ ਨਾਮ ਮਾਧੋ ਦਾਸ ਨਹੀਂ, ਲਛਮਣ ਦਾਸ ਹੈ। ਇੱਕ ਪੰਛੀ ਦੀ, ਇੱਕ ਜਾਨਵਰ ਦੀ ਮੌਤ ਉਸ ਨੂੰ ਬੈਰਾਗੀ ਬਣਾਉਂਦੀ ਹੈ। ਅਤੇ ਕਿੱਥੇ ਜਾਂਦਾ? ਰਾਮ ਥੰਮਣ ਦਿੱਤੀ। ਰਾਮ ਥੰਮਣ ਕੌਣ ਸੀ? ਗੁਰੂ ਨਾਨਕ ਦੇਵ ਜੀ ਦੀ ਮਾਸੀ ਲਖੋ ਦਾ ਪੁੱਤਰ। ਉੱਥੇ ਉਸ ਦਾ ਨਾਮ ਚੇਂਜ ਕੀਤਾ ਗਿਆ। ਮਾਧੋ ਦਾਸ ਜਦੋਂ ਇਹ ਨਾਸਿਕ ਦੇ ਕੋਲ ਇੱਕ ਯੋਗੀ ਨੂੰ ਮਿਲਦੇ ਨੇ, ਔਗੜਨਾਥ ਸੈਕਟ ਦਾ, ਅਤੇ ਉਹ ਉਹਨਾਂ ਨੂੰ ਯੋਗੀ ਬਣਾ ਦਿੰਦਾ ਕਰਾਮਾਤਾਂ ਦਾ। ਅਤੇ ਗੁਰੂ ਸਾਹਿਬ ਨਾਲ ਵੀ ਉਸਨੇ ਕਰਾਮਾਤਾਂ ਖੇਡੀਆਂ, ਜਿਸ ਦਾ ਜ਼ਿਕਰ ਭਾਈ ਨਾਥ ਮਲ ਦੀ ਅਮਰਨਾਮਾ 'ਚ ਆਉਂਦਾ ਡਿਟੇਲ 'ਚ। ਫਿਰ ਇੱਕ ਫਾਰਸੀ ਸਰੋਤ ਹੈ, ਉਹ ਡਾਇਲੌਗ ਦੱਸਦੇ ਕਿ ਮਾਧੋ ਦਾਸ ਬੰਦਾ ਸਿੰਘ ਬਹਾਦਰ ਕਿਵੇਂ ਬਣਦਾ। ਪਹਿਲਾ ਪੁੱਛਿਆ ਜਾ ਕੇ ਮਾਧੋ ਦਾਸ ਨੇ ਗੁਰੂ ਸਾਹਿਬ ਨੂੰ, ਤੁਸੀਂ ਕੌਣ ਹੋ? ਅਤੇ ਗੁਰੂ ਸਾਹਿਬ ਨੇ ਕਿਹਾ ਇਹ ਤਾਂ ਤੈਨੂੰ ਪਤਾ ਹੀ ਹੈ ਮੈਂ ਕੌਣ ਹਾਂ। ਅਤੇ ਕਹਿੰਦਾ ਫਿਰ ਮੈਨੂੰ ਕਿਵੇਂ ਪਤਾ ਲੱਗੇਗਾ? ਕਹਿੰਦਾ ਅੰਤਰ ਧਿਆਨ ਹੋ ਕੇ ਦੇਖ। ਅਤੇ ਉਹ ਅੱਗੋਂ ਮਾਧੋ ਦਾਸ ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਜੀ ਮੈਂ ਗੁਰੂ ਗੋਬਿੰਦ ਸਿੰਘ। ਤਾਂ ਗੁਰੂ ਸਾਹਿਬ ਨੇ ਪੁੱਛਿਆ ਵੀ ਤੁਸੀਂ ਕੌਣ ਹੋ? ਉਹ ਕਹਿੰਦਾ ਮਤਲਬ ਕਿ ਇੱਕ ਪਾਰਸ ਛੂਹ ਹੁੰਦੀ ਹੈ ਕਿਸੇ ਸੰਤ ਦੀ ਹੋਵੇ, ਜੇ ਸੰਤ ਅਸਲੀ ਸੰਤ ਹੈ, ਅਤੇ ਗੁਰੂ ਕੋਲ ਤਾਂ ਹੈ ਹੀ ਹੈ। ਪਾਰਸ ਇੱਕ ਐਸਾ, ਉਹਨੂੰ ਫਿਲਾਸਫਰ ਸਟੋਨ ਕਹਿੰਦੇ ਅੰਗਰੇਜ਼ੀ 'ਚ, ਕਿ 8 ਜਿਹੜੇ ਧਾਤਾਂ ਨੇ ਉਹਨੂੰ ਛੂਹਣ ਨਾਲ ਉਹ ਸੋਨਾ ਬਣ ਜਾਂਦੀ ਹੈ। ਉਹ ਪਾਰਸ ਛੂਹ ਸੀ। ਜਦ ਗੁਰੂ ਦੇ ਸਾਹਮਣੇ ਝੁਕਿਆ ਤਾਂ ਗੁਰੂ ਨੇ ਪੁੱਛਿਆ ਤੂੰ ਕੌਣ? ਕਹਿੰਦਾ ਜੀ ਮੈਂ ਤੁਹਾਡਾ ਬੰਦਾ, ਮੈਂ ਤੁਹਾਡਾ ਬੰਦਾ। ਅਤੇ ਗੁਰੂ ਸਾਹਿਬ ਨੇ ਫਿਰ ਉਹਨੂੰ ਆਪਣੇ ਲੈ ਗਏ ਇਲਾਕੇ 'ਚ, ਆਪਣੇ ਖੇਮੇ 'ਚ, ਅਤੇ ਉੱਥੇ ਅੰਮ੍ਰਿਤ ਛਕਾ ਕੇ ਹੀ ਉਸ ਨੂੰ ਬੰਦਾ ਸਿੰਘ ਬਹਾਦਰ ਬਣਾਇਆ। ਬਹਾਦਰ ਇੱਕ ਤਖੱਲਸ ਹੋ ਗਿਆ। ਬਾਬਾ ਵੀ ਤਖੱਲਸ ਹੈ, ਫਾਰਸੀ ਦਾ ਵਰਡ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ। ਹੁਣ ਇਸ ਸ਼ਤਾਬਦੀ ਦੇ ਵੇਲੇ ਜਿਹੜਾ ਨਾ
ਸ਼ੁਰੂ ਹੁੰਦੀ ਸ਼ਰਾਰਤ। ਜਾਟ ਸਾਹਿਬ ਨੇ ਜ਼ਿਕਰ ਕੀਤਾ ਨਾ, ਗੁਰੂ ਗੋਬਿੰਦ ਸਿੰਘ ਦੀ ਸ਼ਤਾਬਦੀ 'ਚ, ਗੁਰੂ ਗੋਬਿੰਦ ਸਿੰਘ ਦੀ ਡੇਟ ਆਫ ਬਰਥ, ਗੁਰੂ ਗੋਬਿੰਦ ਸਿੰਘ ਦੇ ਦਸਮ ਗ੍ਰੰਥ 'ਤੇ, ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਵੇਲੇ ਫਿਰ ਪੁਰਾਣੇ ਮੁੜਦੇ ਖੋਲ੍ਹ ਲਓ, ਗੁਰੂ ਨਾਨਕ ਦੇਵ ਦੀ ਡੇਟ ਆਫ ਬਰਥ, ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ, ਉਸ 'ਤੇ ਕਿਉਂਕਿ ਕੰਟਰੋਵਰਸੀਜ਼ ਜ਼ਿਆਦਾ ਕ੍ਰੀਏਟ ਕਰਨੀ ਹੈ। ਫਿਰ ਖਾਲਸੇ ਦੀ ਸ਼ਤਾਬਦੀ ਚੈੱਕ ਕਰ ਲਓ, ਉਹਦੇ 'ਚ ਵੀ ਇਹੀ ਕੁਛ ਸੀ। ਫਿਰ ਗੁਰੂ ਅਰਜਨ ਦੇਵ ਜੀ ਦੀ ਸ਼ਤਾਬਦੀ ਵਿੱਚ ਜਿਹੜੇ ਸਰਕਾਰੀ ਫੰਕਸ਼ਨ ਹੋਇਆ, ਸੁਸ਼ਮਾ ਸਵਰਾਜ ਜੀ ਕਹਿੰਦੇ ਕਿ ਚੰਦੂ ਦਾ ਕਸੂਰ ਨਹੀਂ ਸੀ, ਦੂਸਰਾ ਧੜਾ ਕਹਿੰਦਾ ਜਹਾਂਗੀਰ ਦਾ ਕਸੂਰ ਨਹੀਂ, ਅਤੇ ਹੋ ਗਿਆ ਗੁਰੂ ਦਾ ਕਸੂਰ। ਇਹ ਸਾਡਾ ਸਿਸਟਮ ਤਿਆਰ ਹੋ ਰਿਹਾ ਕਿ ਸਿੱਖ ਜਿਹੜੇ ਨੇ ਉਹ ਸਿੱਖ ਨਾ ਹੋ ਕੇ ਸਿਆਸਤ 'ਚ ਇੰਨੇ ਗਲਤਾਨ ਹੋ ਗਏ ਕਿ ਇੱਕ ਦੇ ਲਈ ਆਕਸੀਜਨ ਚੈਂਬਰ ਹੈ ਬੀਜੇਪੀ, ਦੂਸਰੇ ਲਈ ਕਾਂਗਰਸ ਹੈ। ਇਹਨਾਂ ਨੂੰ ਸਾਹ ਨਹੀਂ ਆਉਂਦਾ। ਸਿੱਖ ਸਿੱਖ ਹੁੰਦਾ ਨਾ, ਕਾਂਗਰਸੀ ਨਾ ਬੀਜੇਪੀ ਨਾ ਕੁਛ ਹੈ। ਸਿੱਖ ਸਿੱਖ ਹੋਏਗਾ, ਉਹ ਅੱਛਾ ਸਿੱਖ ਹੋਏਗਾ। ਫਿਰ ਮਾੜਾ ਸਿੱਖ ਅਸਿੱਖ ਹੈ, ਜਿਹੜਾ ਗੁਰੂ ਸਾਹਿਬ ਚੌਪਾ ਹੀ ਜ਼ਿਕਰ ਕਰਦੇ ਨੇ। ਉਹ ਮਾੜਾ ਸਿੱਖ ਅਸਿੱਖ ਹੈ, ਇਸੇ ਲਈ ਸਿੱਖ ਉਭਾਰੋ, ਅਸਿੱਖ ਸੰਘਰੋ ਦੀ ਗੱਲ ਹੁੰਦੀ ਹੈ। ਹੁਣ ਬੰਦਾ ਸਿੰਘ ਬਹਾਦਰ ਨੂੰ ਇਹ ਜਿਹੜੀ ਨਾ ਕੰਟਰੋਵਰਸੀ ਕਿ ਅੰਮ੍ਰਿਤਧਾਰੀ ਹੈ ਸੀ ਕਿ ਨਹੀਂ, ਇਹ ਡਾਕਟਰ GS ਛਾਬੜਾ ਸੀ ਜੰਮੂ ਯੂਨੀਵਰਸਿਟੀ ਦੇ, ਉਹਨੇ ਛੇੜੀ ਸੀ ਐਡਵਾਂਸ ਹਿਸਟਰੀ ਆਫ ਪੰਜਾਬ। ਉਦੋਂ ਅਸੀਂ ਪੜ੍ਹਦੇ ਹੁੰਦੇ ਸੀ MA 'ਚ, ਅਤੇ ਫਿਰ ਉਦੋਂ ਡਾਕਟਰ ਗੰਡਾ ਸਿੰਘ ਨੇ ਇੱਕ ਆਰਟੀਕਲ ਵੀ ਲਿਖਿਆ ਇਹਦੇ ਉੱਤੇ। ਪਰ ਅਫਸੋਸ ਇਹ ਹੈ ਕਿ ਜਿੰਨੇ ਫਾਰਸੀ ਸਰੋਤ ਹੈ ਉਹਨਾਂ 'ਚ ਤਾਂ ਬੰਦਾ ਬਹਾਦਰ ਦੀ ਛਵੀ ਇੰਨੀ ਖਰਾਬ ਨਹੀਂ ਕੀਤੀ ਗਈ ਜਿੰਨੀ ਸਾਡੇ ਸਿੱਖ ਸੋਰਸਿਸ 'ਚ ਕੀਤੀ। ਡਾਕਟਰ ਸਾਹਿਬ ਨੇ ਜ਼ਿਕਰ ਵੀ ਕੀਤਾ। ਹੁਣ ਬੰਦਾ ਬਹਾਦਰ ਦੀ ਛਵੀ ਖਰਾਬ ਕਰਨ ਦਾ ਕਾਰਨ ਕੀ ਹੈ? ਉਹ ਅੱਜ ਵੀ ਹੈ ਧੜੇਬਾਜ਼ੀ, ਹੈਂਕੜਬਾਜ਼ੀ, ਗੁਰੂ ਨੂੰ ਸਮਰਪਿਤ ਨਾ ਹੋਣਾ। ਹੁਣ ਨਾ ਤਾਂ ਮੇਰਾ ਹੈ ਤਾਂ ਲੇਕਿਨ ਮੈਂ ਕਹਿੰਦਾ ਅਨੁਰਾਗੀ ਸਿੱਖ ਹੋਣਾ। ਇੱਕ ਸੰਸਕ੍ਰਿਤ ਦਾ ਵਰਡ ਹੈ, ਦੋ ਵਰਡ ਨੇ, ਅਨੂ ਨਿਰੰਤਰ। ਰਾਗ ਕਲਰ ਨੂੰ ਵੀ ਕਹਿੰਦੇ ਨੇ ਅਤੇ ਪ੍ਰੇਮ ਨੂੰ ਵੀ ਕਹਿੰਦੇ ਨੇ। ਜਿਹੜਾ ਗੁਰੂ ਦੇ ਰੰਗ 'ਚ ਰੰਗਿਆ ਜਾਏ ਅਤੇ ਨਿਰੰਤਰ ਉਸ ਰੰਗ 'ਚ ਰਵੇ, ਉਹ ਨਰਵਾਗੀ ਹੈ। ਇਸੇ ਲਈ ਬਾਰ ਬਾਰ ਜਾਪ ਸਾਹਿਬ 'ਚ ਵੀ ਯੂਜ਼ ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ 'ਚ ਵੀ ਯੂਜ਼ ਕੀਤਾ ਗਿਆ। ਗੁਰੂ ਸਾਹਿਬ ਨੇ ਉਹਨੂੰ ਇਹ ਨਹੀਂ ਹੈ, ਉਹਨੂੰ ਨਾਲ 5 ਸਿੰਘ ਦਿੱਤੇ ਨੇ। ਜਦੋਂ ਭੇਜ ਰਹੇ ਨੇ 5 ਸਿੰਘ ਦਿੱਤੇ ਨੇ, ਅਤੇ ਉਸ ਬੰਦੇ ਨੂੰ 6 ਬੰਦਿਆਂ ਨੂੰ ਕਿੱਥੋਂ ਕਿੱਥੋਂ ਸਹਾਇਤਾ ਮਿਲੀ। ਉਹ ਜਿਵੇਂ ਅਸੀਂ ਸਾਰੀਆਂ ਹਕੂਮਤਾਂ ਤੋਂ ਸਤੇ ਬੈਠੇ ਹਾਂ, ਲੋਕ ਵੀ ਸਤੇ ਬੈਠੇ ਸੀ। ਲੀਡਰਸ਼ਿਪ ਚਾਹੀਦੀ ਸੀ, ਉਹ ਮਿਲ ਗਈ। ਉਹਨੂੰ ਕੋਈ ਅਗਰੇਰੀਅਨ ਰੈਵੋਲੂਸ਼ਨ ਕਹਿ ਦਿੰਦਾ ਵੀ ਇਹ ਕਿਸਾਨਾਂ ਦਾ, ਉਹ ਕਿਸਾਨਾਂ ਦੀ ਮੂਵਮੈਂਟ ਸੀ, ਲੋਕ ਮੂਵਮੈਂਟ ਸੀ। ਇਹ ਲੋਕ ਮੂਵਮੈਂਟ ਸੀ। ਸਿੱਖ ਆਜ਼ਾਦ ਸੀ। ਪਹਾੜੀ ਰਾਜੇ ਤਾਂ ਮਾਮਲਾ ਦਿੰਦੇ ਸੀ ਔਰੰਗਜ਼ੇਬ ਨੂੰ, ਗੁਰੂ ਗੋਬਿੰਦ ਸਿੰਘ ਨੇ ਕਦੀ ਮਾਮਲਾ ਨਹੀਂ ਦਿੱਤਾ ਅਨੰਦਪੁਰ ਸਾਹਿਬ ਤੋਂ, ਨਾ ਕਦੀ ਉਗਰਾਇਆ ਗਿਆ। ਕਿ ਜਿਹੜੀ ਵੀ ਜਾ ਕੇ ਰਿਆਸਤ ਕ੍ਰੀਏਟ ਕੀਤੀ ਗਈ, ਚਾਹੇ ਅੰਮ੍ਰਿਤਸਰ ਸੀ ਜੀ, ਕੀਰਤਪੁਰ ਸਾਹਿਬ ਸੀ, ਇਹ ਜ਼ਮੀਨ ਖਰੀਦ ਕੇ ਕਿਸੇ ਦੇ ਅਧੀਨ ਨਹੀਂ ਸੀ। ਖਾਲਸੇ ਦਾ ਮਤਲਬ ਹੀ ਹੋਈ ਹੈ ਕਿ ਕਿਸੇ ਦਾ ਅਧੀਨ ਨਹੀਂ ਹੈ। ਖਾਲਸੇ ਦਾ ਮਤਲਬ ਹੈ ਜਿਹੜੀ ਭਾਰਤ ਫਾਰਸੀ ਦੇ ਵਿੱਚ ਲੈਂਡ ਓਨਡ ਬਾਈ ਦੀ ਪ੍ਰਿੰਸ ਕਿੰਗ, ਇਹ ਉਹ ਬੰਦੇ ਨੇ, ਉਹ ਸਿੱਖ ਜਿਹੜੇ ਗੁਰੂ ਕੇ ਨੇ, ਉਹ ਖਾਲਸੇ ਹੋ ਗਏ। ਅਤੇ ਮਾਤਾ ਸੁੰਦਰ ਜੀ ਦੇ, ਗੁਰੂ ਗੋਬਿੰਦ ਸਿੰਘ ਦੇ ਖਾਲਸਾ ਸਾਜੇ ਤੋਂ ਬਾਅਦ ਦੇ ਵੀ ਜਿਹੜੇ ਹੁਕਮਨਾਮੇ ਨੇ, ਜਿਨ੍ਹਾਂ ਨੇ ਚਰਨ ਪੌਲ ਲਈ ਸੀ, ਦੇ ਨਾਲ ਉਹਨਾਂ ਦਾ ਸਿੰਘ ਨਹੀਂ ਲੱਗਿਆ। ਤੁਸੀਂ ਪਟਨੇ ਦੀ ਸੰਗਤ ਅਤੇ ਹੋਰ ਸੰਗਤ ਦੇ ਹੁਕਮਨਾਮੇ ਪੜ੍ਹ ਕੇ ਤਾਂ ਉਹ 'ਚ ਲਿਖ ਕੇ ਨਾ ਸਾਰੇ ਜਿਨ੍ਹਾਂ ਦੀ ਨਾਮ ਚੰਦ ਕੁਮਾਰ ਜੋ ਵੀ ਲਿਖੇ ਨੇ, ਉਹਨੂੰ ਲਿਖਿਆ ਤੁਸੀਂ ਮੇਰੇ ਫਰਜ਼ੰਦ ਖਾਲਸਾ ਪੁੱਤਰ ਹੋ। ਪਰ ਹੁਣ ਨਹੀਂ ਹੋਏਗਾ, ਕਿਉਂਕਿ ਉਹ ਸੀ ਵੀ ਉਹਨਾਂ ਚਰਨ ਪੌਲ 'ਚ ਅੰਮ੍ਰਿਤ ਲਿਆ ਸੀ। ਹੁਣ ਸਿੰਘ ਹੀ ਜਿਹੜਾ ਹੈਗਾ ਉਹ ਗੁਰੂ ਕਾ ਫਰਜ਼ੰਦ ਪੁੱਤਰ ਬਣ ਸਕਦਾ। ਬੰਦਾ ਬਹਾਦਰ ਇੱਕ ਬੈਰਾਗੀ
ਜੇ ਉਸਨੇ ਅੰਮ੍ਰਿਤ ਨਹੀਂ ਛਕਿਆ, ਉਹ ਸਪਿਰਿਟ ਕਿੱਥੋਂ ਆਈ? ਜੇ ਉਹ ਗੁਰੂ ਵਾਲਾ ਹੀ ਨਹੀਂ ਹੋਇਆ ਤੇ ਉਹਦੇ ਪੁੱਤਰ ਦਾ ਨਾਂ ਅਜੈ ਸਿੰਘ ਕੇ ਹੋ ਗਿਆ? मेरे लिए वो इन्ना इंपॉर्टेंट नहीं, मेरे लिए इंपॉर्टेंट है उसने कारा की कीता, उसने करिश्मा की कीता। वो करिश्मा जिहड़ा किसी मेहर सदका नहीं हुंदा। जिहड़ा उहदा नाम ना गुरबख्श, गुरबख्श सिंह आम कहंदे ने भी उहनूं अमृत छका के गुरबख्श सिंह रखता उहदा नाम। वो किसी इतिहासक स्रोत देखो, मैं हो सकता मैं ना पढ़िया होवे, पर मेरे हिसाब नाल यह कि गुरु की बख्शिश सी उहनूं ते उहनूं गुरबख्श किया जाता। वो गुरु बख्शिश सी कि उन्हें जिस थां ते भी लड़िया, थोड़े बंदियां नाल लड़िया, पर उसका थिएटर ऑफ वार इन्नी जल्दी चेंज करता सी कि दुश्मन नूं पता भी नहीं लगता सी भी वो कित्थे है। और इत्थे भाणा गुरदास नंगल की गढ़ी उही वापरिया जो संत जरनैल सिंह नाल वापरिया। संत जरनैल सिंह जी जिंदा ने, मार के भी सरकार वालों जिंदा ने, काफ़ी देर जिंदा रखे, आ जाएंगे जी। संत जरनैल सिंह टैररिस्ट सी, किसी भी हिंदुस्तान के थाने में कोई FIR नहीं। ये सरकारी प्रोपेगेंडा हुंदा जदों तुसीं इहनूं पॉलिटिक्स ऑफ असिमिलेशन कहंदे ने, घाण करना किसी कौम का। उही हाल बंदे नाल होया। बंदा सिंह बहादुर लड़िया, जो अमृतधारी नहीं सी, पुत्र अजय सिंह किवें हो गया? जे वो अमृतधारी नहीं सी, वो कोई स्पिरिट नहीं सी गुरु दी, तो गुरु वाला हो के उन्हें गुरु वांगू उन्हें 4 पुत्र वारे, इन्हें अपना कल्ला पुत्र वारिया। और शहीदी तुसी देखोगे, कोई भी सिख की शहीदी जिहड़ी है ना, ਉਹਦੀ ਜਿਹੜੀ ਤਸੀਰ ਹੈ, ਜਿਹੜਾ ਉਹਦਾ ਤਰੀਕਾ ਹੈ, ਉਹ ਇੱਕ ਦੂਜੇ ਨਾਲ ਮਿਲਦਾ ਨਹੀਂ। ਇਹ ਮੁਗਲ ਰਾਜਿਆਂ ਨੇ ਇੱਕ ਰੱਖਿਆ ਕਿ ਵੀ ਇਹ ਜਿਹੜਾ ਤਸੀਹੇ ਦੇਣੇ ਨਾ, ਇਹ ਇਸ ਲਈ ਨਹੀਂ ਸੀ ਕਿ ਵੀ ਇਹਨੂੰ ਸ਼ਹੀਦ ਕਰਨਾ, ਉਹ ਇਹ ਸੀ ਵੀ ਡਰਾਉਣਾ ਹੈ। ਡਾਕਟਰ ਸਾਹਿਬ ਨੇ ਕਿਹਾ ਵੀ ਡਰਾਉਣਾ। ਅਤੇ ਫਿਰ ਇਸੇ ਲਈ ਮੈਂ ਕਹਿੰਦਾ ਅਡੋਲ ਪਹਿਰੇਦਾਰ ਹੈ ਉਹ, ਗੁਰੂ ਕੇ ਸਿੱਖ ਅਡੋਲ ਪਹਿਰੇਦਾਰ ਹੈ ਉਹ ਡਰਦਾ ਨਹੀਂ। संत जरनैल सिंह अगे एडे टैंक लैके आर्मी खड़ी होए, उन्हें पहला कहता भी जिन्हें जाना है जा सकते हैं, गए। जिन्ने मर्जी इचों काढ़ लो, क्योंकि अज तुसीं देखोगे चैनल ने कोई एक पार्टी के बोल रहा, तुहानूं पता है कोई ये बायस हो चल रही है, ये इतिहासकार ने। और सब तो ज़्यादा अगर किसी ने भुलेखा पाया, उधम सिंह भंगू, प्राचीन पंथ प्रकाश, जस्सा सिंह रामगढ़ी वर्गे, जस्सा सिंह रामगढ़ी वर्गे जरनैल लिंग की यही शब्दावली है। ये जिहड़े इतिहासकार कमीशन किए जाते हैं, वो फिर अपने हिसाब नाल इतिहास डॉक्टर साहब ने बहुत सोहना बयान किया तुहाडे अगे। वो तत खालसा बंदई खालसा उही है जो अज दो धड़े ने। हाँ वो शक्ल नहीं वो नाल दी किसी कोल नजर नहीं आउंदी, ना हो जा बाणा किसी कोल है ना, वो तत्त तुत कोई नहीं है। ये 2 धड़े सी। हुण बहुत सारे इतिहासकारां ने माता सुंदरी जी का जिक्र किया। तो पिछे जे पंजाब केसरी ने एक मनमोहन शर्मा का आर्टिकल छापिया, माफ़ी तो मंग ली, भेजिया से उन्होंने जरा थोड़ा जा डोज, कि माता सुंदरी ने बंदा बहादुर नूं शहीद करवाया, फ्रक्सजीयर नाल मिल के माता सुंदरी ने उन्होंने सरेंडर कर ली किया। ये साडे ये शताब्दियां दे उत्ते ही यह जे इतिहासकार पैदा होंदे ने, होर कोई इतिहासकार ही नहीं। हुण माता सुंदरी जी का हुक्मनामा जिहड़ा सी, जिन्होंने ये कहंदे ने,
ਉਹ ਤਾਂ ਨਾ ਤਾਂ ਡਾਕਟਰ ਗੰਡਾ ਸਿੰਘ ਨੇ ਛਾਪਿਆ, ਨਾ ਸ਼ਮਸ਼ੇਰ ਸਿੰਘ ਸੂਰ ਨੇ ਛਾਪਿਆ। ਫਿਰ ਮੈਂ ਉਹਨੂੰ ਪ੍ਰਕਿਓਰ ਕੀਤਾ, ਮੈਂ ਦਿਖਾ ਦਿੰਦਾ। ਇਹ ਹੁਕਮਨਾਮਾ ਜਿਹਨੂੰ ਭਾਈ ਸਾਰੇ ਜਿਹੜੇ ਨੇ, ਕਿਉਂਕਿ ਪਹਿਲਾਂ ਇਤਿਹਾਸ ਲਿਖਿਆ ਗਿਆ, ਫਿਰ ਹੁਕਮਨਾਮਾ ਲਿਖਿਆ ਗਿਆ। ਮੈਂ ਕੋਈ ਇਹਦੇ 'ਤੇ ਜੱਜਮੈਂਟ ਨਹੀਂ ਦੇ ਰਿਹਾ, ਪਰ ਮੈਂ ਤੁਹਾਨੂੰ ਕੁਝ ਨੁਕਤੇ ਦੱਸਦਾ। ਮਾਤਾ ਸੁੰਦਰੀ ਜੀ ਦੇ 9 ਹੁਕਮਨਾਮੇ ਛਪੇ ਨੇ, ਡਾਕਟਰ ਗੰਡਾ ਸਿੰਘ ਦੇ ਵੀ ਕਲੈਕਸ਼ਨ 'ਚ ਵੀ, ਸ਼ਮਸ਼ੇਰ ਸਿੰਘ ਸ਼ੋਕ ਦੀ ਸਿਲੈਕਸ਼ਨ ਵੀ। ਉਹ ਇਸ ਤਰ੍ਹਾਂ ਲਿਖੇ ਹੀ ਨਹੀਂ ਜਾਂਦੇ ਸੀ। ਪਹਿਲੀ ਗੱਲ, ਇਹ 2 ਕਾਲਮ 'ਚ ਹੈ। ਮਾਤਾ ਸੁੰਦਰ ਜੀ ਦੇ ਹੁਕਮਨਾਮੇ ਜਿੱਥੇ ਵੀ ਖਤਮ ਹੁੰਦਾ ਹੈ, ਪਹਿਲੀ ਗੱਲ ਆ ਉਹ ਕਿਸੇ ਨੂੰ ਐਡਰੈਸ ਕੀਤਾ ਗਿਆ, ਇਹ ਕਿਸੇ ਨੂੰ ਐਡਰੈਸ ਹੀ ਨਹੀਂ ਕੀਤਾ ਗਿਆ। ਦੂਸਰਾ, ਹੇਠਾਂ ਲਿਖਿਆ ਹੈਗਾ ਇੰਨੀਆਂ ਸਤਰਾਂ ਨੇ, 9 ਤੋਂ ਲੈ ਕੇ ਮੇਰੇ ਖਿਆਲ 18 ਤੱਕ ਸਤਰਾਂ ਨੇ, ਜੇ 9 ਹੁਕਮਨਾਮੇ ਨੇ ਤਾਂ ਵੀ ਇੰਨੀਆਂ ਸਤਰਾਂ ਨੇ ਤਾਂ ਕਿ ਕੋਈ ਵਿੱਚ ਕੋਈ ਐਡ ਨਾ ਕਰ ਸਕੇ। ਫਿਰ ਸਾਰੇ ਹੁਕਮਨਾਮੇ ਡੇਟਡ ਨੇ, ਅਤੇ ਮੰਗਲਾਚਰਨ ਮਾਤਾ ਜੀ ਨੇ ਆਪਣੇ ਹੱਥੀਂ ਲਿਖਿਆ। ਇਹ ਹੁਕਮਨਾਮਿਆਂ ਦੀ ਜਿਹੜਾ ਪਿਛੋਕੜ ਹੈ, ਇਹ ਜਿਹੜਾ ਸਟਾਈਲ ਸੀ, ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ੁਰੂ ਕੀਤਾ। ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਬਣੇ ਨੇ ਤਾਂ ਧੀਰ ਮਲੀਏ ਸੀ, ਅਤੇ ਗੁਰੂ ਸਾਹਿਬ ਨੇ ਆਪਣੇ ਪਹਿਲੇ ਹੁਕਮਨਾਮੇ ਜਿਹੜੇ ਨੇ 1671 ਤੱਕ, ਉਹ ਸਾਰੇ ਦੇ ਸਾਰੇ ਆਪਣੇ ਹੱਥੀਂ ਲਿਖੇ ਹੋਏ ਨੇ। 22 ਹੁਕਮਨਾਮੇ ਨੇ ਜਿਹੜੇ ਉਹਨੇ ਆਪਣੇ ਹੱਥੀਂ ਲਿਖੇ ਨੇ। ਜਦੋਂ ਉਹ ਨਾਨਕੀ ਚੱਕ ਵਾਪਸ ਆ ਜਾਂਦੇ ਨੇ ਤਾਂ ਸਾਰੇ ਹੁਕਮਨਾਮੇ ਜਿਹੜੇ ਨੇ ਉਹਨਾਂ 'ਚ ਪਹਿਲਾਂ ਮੰਗਲਾਚਰਨ ਹੈ ਗੁਰੂ ਸਾਹਿਬ ਦਾ, ਜਾਂ ਛੋਟੀ ਜਿਹੀ ਇਬਾਰਤ ਹੈ, ਅੱਗੋਂ ਆ ਕੇ ਲਿਖਾਰੀ ਦੀ ਲਿਖਤ ਹੈ ਜੋ ਗੁਰੂ ਸਾਹਿਬ ਲਿਖਾ ਰਹੇ ਨੇ। ਡੇਟਡ ਫੇਰ ਨਹੀਂ ਸੀ। ਗੁਰੂ ਗੋਬਿੰਦ ਸਿੰਘ ਨੇ ਸਾਰੇ ਹੁਕਮਨਾਮੇ ਜਿਹੜੇ ਨੇ ਉਹ ਸੇਮ ਪੈਟਰਨ 'ਤੇ ਲਿਖੇ ਗਏ, ਸਿਰਫ ਉਹ 'ਚ ਡੇਟ ਪਾਣੀ ਸ਼ੁਰੂ ਕਰਤੀ, ਹੇਠਾਂ ਸਤਰਾਂ ਲਿਖਣੀਆਂ ਸ਼ੁਰੂ ਕਰਤੀਆਂ ਕਿ ਕੋਈ ਬੰਦਾ ਇਹਨਾਂ ਦੇ ਵਿੱਚ ਕੁਝ ਐਡ ਨਾ ਕਰ ਸਕੇ। ਇਹ ਹੁਕਮਨਾਮੇ 'ਚ ਨਾ ਸਤਰਾਂ ਨੇ, ਨਾ ਡੇਟ ਹੈ, ਨਾ ਮੰਗਲਾਚਰਨ ਹੈ, ਨਾ ਕਿਸ ਨੂੰ ਐਡਰੈਸ ਕੀਤਾ ਗਿਆ ਉਹ ਦਿੱਤਾ ਗਿਆ। ਇਹ ਹੈ ਮਾਤਾ ਸੁੰਦਰੀ ਦੇ ਨਾਂ 'ਤੇ। ਔਰ ਇੱਥੇ ਦੇਖੋਗੇ ਕਿ ਕਈ ਥਾਂ 'ਤੇ ਜਾਂ ਤਾਂ ਇਹਨੂੰ ਪਹਿਲਾਂ ਪੈਨਸਿਲ ਨਾਲ ਲਿਖਿਆ ਗਿਆ, ਲਿਖਾਈ ਕਿਤੇ ਗਾੜੀ ਹੈ ਅਤੇ ਕਿਤੇ ਹਲਕੀ ਹੈ। ਇਸ ਦੀ ਪੂਰੀ ਪੜਤਾਲ ਕੀਤੀ ਜਾਏਗੀ ਤਾਂ ਜਾ ਕੇ ਇੱਥੇ ਪੂਰੀ ਜਜਮੈਂਟ ਦਿੱਤੀ ਜਾਏਗੀ। ਇਸ ਦੇ ਵਿੱਚ ਕੀ ਸੀ ਕਿ ਜਿਹੜੇ ਅਜੀਤ ਮਲੀਏ ਅਤੇ ਬੰਦਈ ਸਿੱਖਾਂ ਨੂੰ ਕਿਹਾ ਕਿ ਤੁਸੀਂ ਇਹ ਜਿਹੜੇ ਗੁਰੂ ਮਨਾਉਂਦੇ ਨੇ ਆਪਣੇ ਆਪ ਨੂੰ, ਉਹਨਾਂ ਨੂੰ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਇਹ ਤਾਂ ਗੱਲ ਠੀਕ ਹੈ, ਇੰਨੀ ਕੁ ਗੱਲ ਪਾ ਕੇ ਇਹਦੀ ਔਥੈਂਟਿਸਿਟੀ ਬਣਾਈ ਗਈ। ਅਜੀਤ ਮਲੀਏ ਕੌਣ ਸਨ? ਮਾਤਾ ਸੁੰਦਰੀ ਜੀ ਨੂੰ ਇੱਕ ਲੜਕਾ ਪਸੰਦ ਆਇਆ ਜਿਹਦੀ ਸ਼ਕਲ ਬਾਬਾ ਅਜੀਤ ਸਿੰਘ ਨਾਲ ਮਿਲਦੀ ਸੀ, ਉਹਨੂੰ ਪਾਲਿਤ ਪੁੱਤਰ ਕਿਹਾ ਗਿਆ। ਉਸ ਨੂੰ ਅੰਮ੍ਰਿਤਸਰ ਦੇ ਜਗੀਰ ਬਹਾਦਰ ਸ਼ਾਹ ਨੇ ਦਿੱਤੀ। ਜਿਹੜੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਨਾ ਵੀ ਇਹਨਾਂ ਦੇ ਅੰਦਰ ਜਿਵੇਂ ਹੁਣ ਅੱਜ ਕੱਲ੍ਹ ਗਵਰਨਰ ਹੀ ਦੇ ਦਿੰਦੇ ਨੇ, ਮਨਿਸਟਰੀ ਦੇ ਦਿੰਦੇ ਨੇ ਵੀ ਤੂੰ ਭਾਈ ਹੁਣ ਸਿੱਖੀ ਦੇ ਅਗੇਂਸਟ ਜਿਹੜੀਆਂ ਜੜ੍ਹਾਂ 'ਚ ਤੇਲ ਪਾਉਣਾ ਪਾਈ ਜਾ, ਉਹਨੂੰ ਜਗੀਰ ਅੰਮ੍ਰਿਤਸਰ ਦੀ ਦਿੱਤੀ ਗਈ। ਉਹਦਾ ਜ਼ਿਕਰ ਵੀ ਜਿਹੜਾ ਰਾਜਸਥਾਨੀ ਸੋਰਸਿਸ ਹੈ, ਅਖਬਾਰ ਦੁਆਰੇ ਮੁਹੱਲਾ, ਉਹਦੇ ਵਿੱਚ ਜ਼ਿਕਰ ਆਉਂਦਾ। ਇਹ ਬੰਦੇ ਨੇ ਆਪਣੀ ਪੂਜਾ ਸ਼ੁਰੂ ਕਰਵਾਈ, ਅਜੀਤ ਮਲੀਏ, ਇਹਨਾਂ ਨੂੰ ਅਜੀਤ ਮਲੀਏ ਕਹਿੰਦੇ ਨੇ। ਅਤੇ ਮਾਤਾ ਸੁੰਦਰੀ ਜੀ ਇਸ ਵਕਤ ਦਿੱਲੀ ਨਹੀਂ ਸਨ, ਮਥੁਰਾ ਸਨ। ਜਿਹੜੇ ਸਾਡੇ ਜਦੋਂ ਇਤਿਹਾਸ ਦੇ ਤੁਸੀਂ ਪੜ੍ਹਤੇ ਪਿੱਛੇ ਤੱਕ ਜਾਣਾ ਪਏਗਾ। ਜੇ ਤੁਸੀਂ ਉਹ ਮੁਗਲ ਇਤਿਹਾਸ ਦੇ ਨਾਲ ਕੰਪੇਅਰ ਕਰਨਾ, ਉਹ ਮੁਗਲ ਇਤਿਹਾਸ 'ਚੋਂ ਵੀ ਕੁਝ ਦੇਖੋਗੇ ਕਿ ਜਿਹੜੇ ਬੰਦੇ ਨਾਲ ਜੋੜਦੇ ਉਹ ਬੰਦਾ ਜਿਉਂਦਾ ਵੀ ਸੀ ਕਿ ਨਹੀਂ, ਜਾਂ ਹੈ ਵੀ ਸੀ ਕਿ ਨਹੀਂ ਉਸ ਵੇਲੇ। ਇਹ ਇਸ ਹੁਕਮਨਾਮੇ ਦੀ ਜਾਂ ਹਦਾਇਤਨਾਮਾ ਇਹਨੂੰ ਕਹਿੰਦੇ ਨੇ, ਇਹ ਭਾਈ ਰੂਪੇ ਕੇ ਹੈ। ਔਰ ਭਾਈ ਰੂਪੇ ਕੇ ਜਿਹੜੇ ਬੰਦੇ ਨੇ ਉਹ ਦੇ ਜਰਨੈਲ ਨੇ ਬਾਬਾ ਬੰਦਾ ਨਾਲ, ਉਹ ਸ਼ਹੀਦ ਹੋ ਰਹੇ ਨੇ। ਫਿਰ ਭਾਈ ਰੂਪੇ ਇਹ ਕਿਵੇਂ ਆਇਆ? ਭਾਈ ਰੂਪੇ ਇੱਕ ਗੁਰੂ ਗੋਬਿੰਦ ਸਿੰਘ ਦਾ ਵੀ ਹੁਕਮਨਾਮਾ, ਉਹ ਫਿਰ ਛਪਿਆ ਵੀ ਹੈ, ਉਹ ਵੀ ਅਸਲੀ ਨਹੀਂ। ਕਿਉਂਕਿ ਕਈ ਜਿਹੜੇ ਹੁਕਮਨਾਮੇ ਨੇ ਨਾ, ਉਹਨਾਂ ਨੂੰ ਫਿਰ ਤਿਆਰ ਕੀਤਾ ਜਾਂਦਾ ਕਿਸੇ ਖਾਸ ਵਜ੍ਹਾ ਦੇ ਲਈ। ਜਿਵੇਂ ਸਾਹ ਕਪੂਰ ਸਿੰਘ ਨੇ ਗਣੀ ਖਾਨ, ਨਬੀ ਖਾਨ
ਦੀ ਫੈਮਿਲੀ ਕੋਲ ਜੋ ਹੁਕਮਨਾਮਾ ਉਹਦੇ 'ਤੇ ਵੀ ਕਿੰਤੂ ਪਰੰਤੂ ਕੀਤਾ ਔਰ ਵਜ੍ਹਾ ਕੀ ਕੋਈ ਰੀਜ਼ਨ ਹੁੰਦੇ ਨੇ, ਕਿਉਂਕਿ ਇੱਕ ਸਟਾਈਲ ਹੈ। ਜੇ ਮੇਰਾ ਸਟਾਈਲ ਹੀ ਨਹੀਂ, ਮੇਰੀ ਲਿਖਤ 'ਚ ਜੋ ਮਰਜ਼ੀ ਪਾ ਦਿਓ। ਮੀਣਿਆਂ ਨੇ ਗੁਰੂ ਦੀ ਬਾਣੀ ਨੂੰ ਥੋੜ੍ਹਾ ਥੋੜ੍ਹਾ ਬਦਲ ਕੇ ਲਿਆ ਕੇ ਕੋਸ਼ਿਸ਼ ਕੀਤੀ ਨਾ ਸਥਾਪਿਤ ਕਰਨ ਦੀ, ਪਰ ਸਥਾਪਿਤ ਨਹੀਂ ਕਰ ਸਕੇ। ਉਹਨਾਂ ਨੇ ਬਾਣੀ ਰਚੀ 6ਵੇਂ 7ਵੇਂ 8ਵੇਂ ਗੁਰੂ ਦੇ ਨਾਂ 'ਤੇ। ਸਾਡੇ 6ਵੇਂ 7ਵੇਂ 8ਵੇਂ ਪਾਤਸ਼ਾਹ ਨੇ ਬਾਣੀ ਨਹੀਂ ਰਚੀ। ਬਾਣੀ ਤਾਂ ਉਹ ਵੀ ਰਚ ਸਕਦੇ ਸੀ, ਪਰ ਉਹ ਨਖੇੜ ਕੇ ਪਾਸੇ ਕੀਤੀ, ਉਹ ਖਤਮ ਹੋ ਗਈ। ਹੁਣ ਬੰਦਾ ਬਹਾਦਰ ਨੂੰ 760 ਬੰਦੇ ਪਕੜੇ ਨੇ। ਹੁਣ ਉਹ ਕਹਿੰਦੇ ਨੇ ਇੱਥੇ ਵੀ ਦੇਖੋ ਹੋਈ ਭਾਣਾ ਵਾਪਰਿਆ ਜੋ ਅਨੰਦਪੁਰ ਸਾਹਿਬ ਵਾਪਰਿਆ ਸੀ। ਉਹ ਵੀ ਤਕਰੀਬਨ 8 ਮਹੀਨੇ ਦਾ ਘੇਰਾ ਸੀ ਅਨੰਦਪੁਰ ਸਾਹਿਬ ਦਾ, ਅਤੇ ਇਹ ਵੀ ਤਕਰੀਬਨ 8 ਮਹੀਨੇ ਦਾ ਘੇਰਾ ਸੀ। ਉੱਥੇ ਵੀ ਗੁਰੂ ਸਾਹਿਬ ਨੂੰ ਇੱਕ ਝੂਠਾ ਵਾਅਦਾ ਕੀਤਾ ਗਿਆ, ਕੁਰਾਨ ਸ਼ਰੀਫ ਦੀ ਸਹੁੰ। ਹੁਣ ਦੇਖੋ ਕੁਰਾਨ ਸ਼ਰੀਫ ਦੀ ਜਿਹੜੀ ਸਹੁੰ ਹੁੰਦੀ ਹੈ ਨਾ, ਜੇ ਸ਼ਰ੍ਹਾ ਪੜ੍ਹੋਗੇ ਤਾਂ ਉਹਦੇ 'ਚ ਇਹ ਹੈ ਕਿ ਵਿਦ ਵਿਟਨੈਸ ਐਜ਼ ਗੋਡ, ਅੱਲਾ ਦੀ ਵਿਟਨੈਸ ਨਾਲ ਹੋਏਗੀ ਅਤੇ ਤਾਂ ਉਹ ਸਹੁੰ ਮੰਨੀ ਜਾਂਦੀ ਹੈ। ਉਹ ਇੱਧਰੋਂ ਗਾਂ ਦੀ ਸਹੁੰ ਚੁੱਕ ਕੇ ਗੁਰੂ ਸਾਹਿਬ ਨੇ ਕਿਹਾ ਜੀ ਤੁਸੀਂ ਨਿਕਲ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗਾ, ਤਾਂ ਬਸ ਸਰੈਂਡਰ ਹੀ ਕਰਾਉਣਾ ਵੀ ਤੁਸੀਂ ਚਲੇ ਜਾਓ। ਅਤੇ ਉਹ ਕੀ ਭਾਣਾ ਵਰਤਿਆ ਸਭ ਨੂੰ ਪਤਾ। ਇਵੇਂ ਪ੍ਰੋਫੈਸਰ ਗੁਰਬਖਸ਼ ਸਿੰਘ ਹੁੰਦੇ ਸੀ ਪੰਜਾਬੀ ਯੂਨੀਵਰਸਿਟੀ ਵਾਲੇ, ਉਹਨਾਂ ਨੇ 1972 ਵਿੱਚ ਪੰਜਾਬ ਹਿਸਟਰੀ ਕਾਨਫਰੰਸ ਪ੍ਰੋਸੀਡਿੰਗ ਦੇ ਵਿੱਚ ਇੱਕ ਪੇਪਰ ਪੜ੍ਹਿਆ ਸੀ, ਬੰਦਾਸ ਫਾਲ, ਇਹ ਨੈਗੋਸ਼ੀਏਟਡ ਸੈਟਲਮੈਂਟ। ਪਹਿਲਾਂ ਤਾਂ ਉਹਨਾਂ ਨੂੰ ਪੇਪਰ ਹੀ ਨਹੀਂ ਪੜ੍ਹਨ ਦਿੱਤਾ ਗਿਆ, 15 ਮਿੰਟ ਦਾ ਰੌਲਾ ਪਿਆ, ਕਿਉਂਕਿ ਡਾਕਟਰ ਗੰਡਾ ਸਿੰਘ ਦੀ ਜਿਹੜੀ ਥੀਸਿਸ ਸੀ ਉਹਦੇ ਉਲਟ ਚੱਲ ਸੀ। ਫਿਰ ਡਾਕਟਰ ਸਤੀਸ਼ ਚੰਦਰ ਸੀ ਉਹ ਪ੍ਰੋਜ਼ਾਈਡ ਕਰ ਰਹੇ, ਕਿਉਂਕਿ ਮੈਂ ਅਟੈਂਡ ਕੀਤੀ ਸੀ ਕਾਨਫਰੰਸ। ਉਹਨੇ ਕਿਹਾ ਵੀ ਤੁਸੀਂ ਪਹਿਲਾਂ ਤਾਂ ਉਹਨੂੰ ਬੋਲਣ ਹੀ ਨਹੀਂ ਦੇ ਰਹੇ, ਅਤੇ ਫਿਰ ਉਹ 'ਤੇ ਬਹਿਸ ਕਾਹਦੀ ਹੋਣੀ ਹੈ, ਪਹਿਲਾਂ ਉਹਨੂੰ ਬੋਲਣ ਦਿਓ। ਅਤੇ ਹਾਲੇ ਉਹ ਬੋਲਣਾ ਹੀ ਸ਼ੁਰੂ ਕੀਤੇ ਅਤੇ ਉਹਨਾਂ ਨੂੰ ਪੁੱਛਿਆ ਗਿਆ, ਡਾਕਟਰ ਕਿਰਪਾਲ ਸਿੰਘ ਸੀ, ਇਹ ਤੁਹਾਡੇ ਸੋਰਸ ਕਿਹੜੇ ਨੇ ਫਾਰਸੀ ਦੇ? ਉਹ ਅੰਮ੍ਰਿਤਸਰ ਦੇ ਹੀ ਸੀ ਵੈਸੇ। ਉਹ ਕਹਿੰਦੇ ਜਦੋਂ ਮੈਂ ਰਿਸਰਚ ਕਰਨ ਆਉਂਦਾ ਸੀ ਖਾਲਸਾ ਕਾਲਜ ਲਾਇਬ੍ਰੇਰੀ ਤੋਂ, ਉਦੋਂ ਤੁਸੀਂ ਚਾਬੀ ਮਾਰ ਕੇ ਘਰ ਨੂੰ ਚਲੇ ਜਾਂਦੇ ਸੀ, ਅਤੇ ਹੁਣ ਮੈਨੂੰ ਫੋਰਸ ਪੁੱਛਦੇ, ਹੁਣ ਮੈਂ ਸੋਰਸ ਵੀ ਦੱਸ ਦਿੰਦਾ। ਅਸਰਾਰ ਹੈ ਸਮਦੀ, ਉਹ ਸੋਰਸ ਸੀ ਜਿਹੜਾ ਬਾਅਦ 'ਚ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ ਵੀ। ਉਹ ਜਿਹੜਾ ਸੋਰਸ ਫਾਰਸੀ ਦਾ, ਭਾਵੇਂ ਹੋਰ ਸਿੱਖ ਮੂਵਮੈਂਟ ਬਾਰੇ ਜੋ ਮਰਜ਼ੀ ਕਹੀ ਜਾਵੇ, ਲੇਕਿਨ ਉਹ ਜਿਹੜੀ ਇਹਦੀ ਬਹਾਦਰੀ ਹੈ ਉਹਨੂੰ ਉਜਾਗਰ ਕਰ ਰਿਹਾ। ਫਿਰ ਉਸ ਨੂੰ ਦੱਸ ਰਿਹਾ ਕਿ ਇਹ ਨੈਗੋਸ਼ੀਏਟ ਸੈਟਲਮੈਂਟ ਸੀ, ਵੀ ਤੁਹਾਡੀ ਜਾਨ ਬਖਸ਼ੀ ਹੋ ਜਾਏਗੀ। ਕਿਉਂਕਿ ਉਹ ਦੇਖੋ ਇਹ ਨਹੀਂ ਹੈ ਕਿ ਜਿਹੜੇ ਅੰਦਰ ਬੈਠੇ ਭੁੱਖੇ ਨੇ ਅਤੇ ਜਿਹੜੇ ਬਾਹਰ ਬੈਠੇ ਚਾਹੇ ਖਾਣਾ ਵੀ ਖਾ ਰਹੇ ਹੋਣ, ਮਰਦੇ ਉਹ ਵੀ ਨੇ, ਚਾਹੇ ਧੁੱਪ 'ਚ ਮਰਦੇ ਨੇ, ਚਾਹੇ ਠੰਡ 'ਚ ਮਰ ਰਹੇ ਨੇ, ਮਰਦੇ ਉਹ ਵੀ ਨੇ। ਉਹਨਾਂ ਨੂੰ ਹੁੰਦਾ ਯਾਰ ਕਿਸੇ ਤਰ੍ਹਾਂ ਜਾਨ ਦਾ ਛੁਟਕਾਰਾ ਪਵਾਈਏ। ਅਤੇ ਮੁਹੰਮਦ ਲਤੀਫ ਨੇ ਵੀ ਹਿਸਟਰੀ ਆਫ ਪੰਜਾਬ 'ਚ ਇਸ ਦਾ ਜ਼ਿਕਰ ਕੀਤਾ ਵੀ ਇਹ ਇੱਕ ਬਹਾਨਾ ਸੀ ਉਹਨਾਂ ਦਾ ਕਿ ਉਹਨਾਂ ਨੂੰ ਸਰੈਂਡਰ ਕਰਾਉਣ ਦਾ, ਅਤੇ ਉੱਥੋਂ ਵਾਹ ਖੱਟ ਕੇ ਇਨਾਮ ਲੈਣ ਦਾ ਰਾਜੇ ਤੋਂ, ਫਰਕਸੀਅਰ ਤੋਂ। ਹੁਣ ਇਹ ਮੂਵਮੈਂਟ ਜਿਹੜੀ ਸੀ ਇੰਨਾ ਕੁ ਖਤਰਨਾਕ ਰੂਪ ਧਾਰਨ ਕਰ ਚੁੱਕੀ ਸੀ ਕਿ ਬਹਾਦਰ ਸ਼ਾਹ ਨੂੰ ਸਭ ਕੁਝ ਛੱਡ ਕੇ, ਜੋ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ, ਉਹਨੂੰ ਆਉਣਾ ਪਿਆ ਇੱਥੇ ਪੰਜਾਬ। ਅਨਫੋਰਚੂਨੇਟਲੀ ਬਹਾਦਰ ਸ਼ਾਹ ਮਰ ਗਿਆ, ਪਰ ਇਹੀ ਰਤਨ ਸਿੰਘ ਭੰਗੂ ਕਹਿੰਦਾ ਹੈ ਕਿ ਮਾਤਾ ਸੁੰਦਰੀ ਜੀ ਨੇ ਅਤੇ ਭਾਈ ਨੰਦ ਲਾਲ ਨੇ ਇਹਨੂੰ ਕਿਹਾ ਵੀ ਤੇਰੀ ਜਿਹੜੀ ਮੂਵਮੈਂਟ ਸੀ ਉਹ ਸਿਰਫ ਵਜ਼ੀਰ ਖਾਂ ਤੱਕ ਸੀ। ਇਹਦਾ ਮਤਲਬ ਕਿ ਉਹ ਗੁਰੂ ਸਾਹਿਬ ਨੇ ਉਹਨੂੰ ਬਦਲਾ ਲੈਣ ਲਈ ਭੇਜਿਆ, ਵਜ਼ੀਰ ਖਾਂ ਤੋਂ ਇੱਕ ਬਦਲਾ ਲੈਣਾ। ਜਦੋਂ ਇਤਿਹਾਸਕ ਤੱਥ ਦਿੰਦੇ ਆ ਨਾ, ਕਿਸੇ ਦੇ ਕਹੇ ਤਾਂ ਲਿਖ ਤਾਂ ਲਓ, ਪਰ ਤੁਸੀਂ ਉਹ ਤੱਥ ਜਿਹੜੇ ਨੇ ਜੋ ਸਕਰੂਟਨੀ ਹੁੰਦੀ ਹੈ ਤੁਸੀਂ ਝੂਠੇ ਸਾਬਤ ਹੋ ਜਾਂਦੇ, ਚਾਹੇ ਜਿਹੜੇ ਸਾਲ ਮਰਜ਼ੀ ਬਾਅਦ ਮਰਜ਼ੀ ਹੋ ਜਾਓ। ਔਰ ਹੋ ਗਏ ਨਾ। ਮਾਤਾ ਸੁੰਦਰੀ ਉਸ ਵਕਤ ਉੱਥੇ ਸਨ, ਨਾ ਹੀ ਉਹ ਕਹਿ ਸਕਦੇ ਨੇ ਵੀ ਭਾਈ ਤੇਰੀ ਮੂਵਮੈਂਟ, ਜਾਂ ਤਾਂ ਗੁਰੂ ਸਾਹਿਬ ਉਹਨੂੰ ਕਹਿ ਕੇ ਕਹਿੰਦੇ ਵੀ ਤੂੰ ਸਿੱਧਾ ਸਰਹੰਦ ਜਾ, ਵਜ਼ੀਰ ਖਾਨ ਨੂੰ ਫੜ ਕੇ ਇੱਥੇ ਲੈ, ਇੱਥੇ ਮਾਰਾਂਗੇ ਜਾਂ ਉੱਥੇ ਮਾਰ ਦੇਈਂ। ਫਿਰ ਉਸ ਦਾ ਸਿਦਕ ਦੇਖੋ। ਇਹ ਜਿਹੜਾ ਅਜ਼ਰ ਜਰਨਾ ਨਾ, ਇਹ ਬਹੁਤ ਔਖਾ ਕੰਮ ਹੈ।
ਗੁਰੂ ਤੇਗ ਬਹਾਦਰ ਸਾਹਿਬ ਨੂੰ ਹੀ ਪਹਿਲਾਂ 3 ਉਹਨਾਂ ਦੇ ਸਾਥੀ ਸ਼ਹੀਦ ਕੀਤੇ ਗਏ। ਡਰਾਉਣਾ ਜਿਹਨੂੰ ਕਹਿੰਦੇ ਨੇ, ਵੀ ਡਰਾ ਕੇ ਦੇਖੀਏ। ਪਰ ਸਿਦਕੀ ਬੰਦੇ ਨੇ ਕਿੱਥੋਂ ਡਰਨਾ? ਜਦੋਂ ਨਿਰਭਉ ਹੋ ਜਾਏ, ਇਹ ਨਿਰਭਉ ਹੋ ਜਾਏ ਤੇ ਉਹਨੇ ਕਿੱਥੋਂ ਡਰਨਾ? ਬੰਦਾ ਬਹਾਦਰ ਨੂੰ ਵੀ 700 ਬੰਦਾ 100 ਬੰਦਾ ਡੇਲੀ ਸ਼ਹੀਦ ਕਰਾਉਣਾ, ਫਿਰ ਬੱਚੇ ਨੂੰ ਲਿਆ ਕੇ ਰੱਖਣਾ, ਬੱਚੇ ਨੂੰ ਸ਼ਹੀਦ ਕਰਨਾ। ਸ਼ਰਅ 'ਚ ਕਿਤੇ ਨਹੀਂ ਹੈ ਕਿ ਬੱਚੇ ਨੂੰ ਸ਼ਹੀਦ ਕਰਨਾ। ਉਹ ਸ਼ਰਅ ਐਸੀ ਹੈ ਜਿਵੇਂ ਹੁਣ ਅੱਜ ਕੱਲ੍ਹ ਸਾਡੇ ਵੀ ਹੈ, ਵੀ ਜਿਹਨੂੰ ਮਰਜ਼ੀ ਮਾफ़ ਕਰ ਦਿਓ, ਜਿਹਨੂੰ ਮਰਜ਼ੀ ਨਾ ਮਾफ़ ਕਰੋ, ਇਹ ਚੱਲਦਾ। ਔਰੰਗਜ਼ੇਬ ਨੇ, ਮੈਂ ਥੋੜ੍ਹਾ ਜਿਹਾ ਤੁਹਾਨੂੰ ਇਸੇ ਕਰਕੇ ਉੱਧਰ ਜਾ ਰਿਹਾ ਵੀ ਇਹ ਕਾਜ਼ੀਆਂ ਤੋਂ ਕਿ ਝੂਠ ਬੋਲ ਕੇ ਦੇਣ ਗਵਾਏ, ਗੁਰੂ ਸਾਹਿਬ ਐਵੇਂ ਨਹੀਂ ਕਹਿੰਦੇ। ਔਰੰਗਜ਼ੇਬ ਨੇ ਜਦੋਂ ਆਪਣੇ ਪਿਓ ਨੂੰ ਕੈਦ ਕਰ ਲਿਆ ਅਤੇ ਕਾਜ਼ੀਆਂ ਦੀ ਕੌਂਸਲ ਨੂੰ ਕਿਹਾ ਜੀ ਤੁਸੀਂ ਇਹ ਕਹਿ ਦਿਓ ਕਿ ਵੀ ਮੇਰੀ ਕੋਰੋਨੇਸ਼ਨ ਕਰਨੀ ਹੈ, ਤਾਜਪੋਸ਼ੀ, ਅਤੇ ਜੇ ਰਾਜਾ ਬਿਮਾਰ ਹੋਵੇ ਤਾਂ ਕਰ ਸਕਦੇ ਹਾਂ। ਉਹ ਕਹਿੰਦੇ ਨਾ ਜੀ, ਰਾਜਾ ਬਿਮਾਰ ਹੋਵੇ ਤੇ ਜਿੰਨਾ ਚਿਰ ਜਿੰਦਾ ਹੈ ਨਾ ਰਾਜਾ ਹੋ ਨਹੀਂ ਸਕਦਾ, ਉਹ ਦੂਸਰੇ ਦੀ ਤਾਜਪੋਸ਼ੀ ਨਹੀਂ ਹੋ ਸਕਦੀ। ਉਹਨੇ ਕੌਂਸਲ ਬਦਲਤੀ, ਕੌਂਸਲ ਬਦਲੀ ਅਤੇ ਫਿਰ ਉਹਨੇ ਉਹਨਾਂ ਨੂੰ ਸਮਝਾਤਾ ਯਾਰ ਤੁਸੀਂ ਇਹ ਕਹੋ ਜੀ ਰਾਜਾ ਜੇ ਬਿਮਾਰ ਹੈ ਪਰ ਉਹ ਕੰਮ ਨਹੀਂ ਕਰ ਸਕਦਾ ਅਤੇ ਤਾਜਪੋਸ਼ੀ ਹੋ ਸਕਦੀ। ਚਲੋ ਉਹ ਤਾਂ ਮੰਨ ਗਏ। ਚੀਫ ਕਾਜ਼ੀ ਫਿਰ ਮੁੱਕਰ ਗਿਆ। ਫਿਰ ਚੀਫ ਕਾਜ਼ੀ ਬਦਲਿਆ, ਅਬਦੁਲ ਵਹਾਬ ਬੋਹਰਾ, ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਫਤਵਾ ਪੜ੍ਹਿਆ। ਇੰਝ ਜਿਹੜੇ ਨੇ ਇਹ ਸਿਆਸਤਦਾਨ ਆਪਣੇ ਅੰਗੂਠੇ ਥੱਲੇ ਧਰਮ ਨੂੰ ਰੱਖ ਕੇ, ਧਰਮ ਨੂੰ ਮਿਸਯੂਜ਼ ਕਰਕੇ ਆਪਣੀਆਂ ਗੱਦੀਆਂ ਬਰਕਰਾਰ ਰੱਖਦੇ। ਹੁਣ ਬੰਦਾ ਬਹਾਦਰ ਹੁਣ ਪਕੜਿਆ ਹੋਇਆ, ਉਸ ਦਾ ਜਦੋਂ ਬੱਚਾ ਸ਼ਹੀਦ ਕਰਤਾ, ਉਹਦੇ ਸਾਥੀ ਸ਼ਹੀਦ ਕਰਤੇ, ਉਹਦੀਆਂ ਅੱਖਾਂ ਕੱਢ ਲਈਆਂ, ਉਹਦੇ ਨੋਚ ਕੇ ਉਹਨੂੰ ਖਤਮ ਕਰਤਾ ਬੋਡੀ ਨੂੰ। ਇਹ ਇੱਕ ਅਜਰ ਜਰਨਾ ਪੀੜ। ਤੁਸੀਂ ਬੰਦਾ ਸੋਚਦਾ ਨਾ, ਉਦੋਂ ਵੀ ਸੋਚਦਾ ਕਿ ਮੈਂ ਛੱਡ ਯਾਰ, ਮੈਨੂੰ ਕੀ ਹੈ, ਇਸਲਾਮ ਕਬੂਲ ਕਰ ਲਵਾਂ। ਮੈਨੂੰ ਦੱਸੋ ਕਿ ਕਿਸੇ ਵੀ ਬੈਰਾਗੀ ਨੇ ਇਸ ਤਰ੍ਹਾਂ ਸ਼ਹੀਦੀ ਪ੍ਰਾਪਤ ਕੀਤੀ ਹੈ? ਕਰ ਸਕਦਾ? ਗੁਰੂ ਦੀ ਛੂਹ ਪ੍ਰਾਪਤ ਹੋਵੇ, ਪਰਮਾਤਮਾ ਦੀ ਮਿਹਰ ਹੋਵੇ। ਪਰ ਹਿੰਦੁਸਤਾਨ ਦੇ ਇਤਿਹਾਸ 'ਚ ਤਾਂ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਤਾਂ ਸ਼ਹੀਦੀ ਕੋਈ ਨਹੀਂ। ਕੋਈ ਹੋਵੇ ਤਾਂ ਦੱਸ ਦੇਣਾ। ਹੁਣ ਇਹ ਜਿਹੜੀ ਸ਼ਹੀਦੀ ਹੈ, ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਅੱਜ ਜਾ ਕੇ ਬੰਗਾਲ ਚਲੇ ਜਾਓ। ਰਵਿੰਦਰ ਨਾਥ ਟੈਗੋਰ ਨੇ 1899 'ਚ ਇੱਕ ਪੋਇਮ ਲਿਖੀ ਸੀ, ਬੰਦੀ ਵੀਰ। ਪਿਤਾ ਜੀ ਨੇ ਅੰਗਰੇਜ਼ੀ 'ਚ ਵੀ ਅਤੇ ਪੰਜਾਬੀ 'ਚ ਵੀ ਇਹ 1955 'ਚ ਇਹਦਾ ਤਰਜਮਾ ਕੀਤਾ ਸੀ। ਉਹ ਪੋਇਮ ਜਿਹੜੀ ਹੈ, ਜੇ 250 ਸਫ਼ੇ ਦੀ ਕਿਤਾਬ ਉਹ ਗੱਲ ਨਹੀਂ ਕਰਦੀ, ਜੋ 1.5 ਪੇਜ ਦੀ ਪੋਇਮ ਜਿਹੜੀ ਹੈ ਉਹ ਕਰਦੀ ਹੈ। ਉਹ ਬੰਦਾ ਪੜ੍ਹ ਹੀ ਨਹੀਂ ਸਕਦਾ ਪੂਰੀ, ਕਿ ਪੁੱਤਰ ਨੂੰ ਮਾਰਿਆ ਜਾ ਰਿਹਾ ਅਤੇ ਉਹ ਕਵੇ ਪੁੱਤਰ ਡਰਨਾ ਨਹੀਂ, ਨਿਰਭੈ ਹੋ ਕੇ ਬੋਲ ਜੈ ਗੁਰੂ ਦੀ। ਅਤੇ ਜੇ ਉਹਨੇ ਪੰਥ ਚਲਾ ਲਿਆ ਸੀ ਤਾਂ ਜੈ ਗੁਰੂ ਦੀ ਕਿਉਂ ਕਹਿੰਦਾ? ਗੁਰੂ ਉਹਦੇ ਲਈ ਇੰਪੋਰਟੈਂਟ ਸੀ। ਬੰਦਈ ਸਿੱਖ ਜਿਹੜੇ ਹੁਣ ਨਹੀਂ ਇੰਨੇ ਬੰਦੇ ਬੈਠੇ, ਕਈਆਂ ਨੇ ਕਈ ਸੰਤਾਂ ਦੇ ਨਾਂ 'ਤੇ ਆਪਣੇ ਅੱਗੋਂ ਦੁਕਾਨਾਂ ਖੋਲ੍ਹ ਲਈਆਂ। ਗੁਰੂ ਪੰਥ ਦੇ ਉੱਤੇ ਹਰੇਕ ਨੇ ਆਪਣੀ ਆਪਣੀ ਮੋਹਰ ਲਾ ਕੇ ਆਹ ਮੇਰੀ ਆ ਮੇਰੀ ਆ ਮੇਰੀ, ਗੁਰੂ ਪੰਥ ਦਾ ਗਾਇਬ ਕੀਤਾ ਆ। ਅਤੇ ਜੇ ਉੱਥੇ ਬੰਦਈ ਜਿਹੜੇ ਸਿੱਖ ਬਣੇ, ਉਹਨਾਂ ਨੇ ਕੁਛ ਉਹਦੇ ਨਾਂ 'ਤੇ ਗਲਤ ਕੰਮ ਕੀਤਾ ਵੀ, ਜਿਹੜੇ ਕਿ ਖੋਜ ਦਾ ਵਿਸ਼ਾ, ਉਹਦੇ ਲਈ ਬੰਦਾ ਕਿਵੇਂ ਜ਼ਿੰਮੇਵਾਰ ਸਕਦਾ? ਰਵਿੰਦਰ ਨਾਥ ਟੈਗੋਰ ਨੇ ਜੋ ਬੰਦਾ ਬਹਾਦਰ ਨੂੰ ਟ੍ਰਿਬਿਊਟ ਦਿੱਤੀ, ਉਹਨੇ ਬੰਦਾ ਬਹਾਦਰ ਤੱਕ ਨਹੀਂ ਰੱਖੀ। ਉਹਨੇ ਭਾਈ ਤਾਰੂ ਸਿੰਘ ਨੂੰ ਵੀ ਦਿੱਤੀ ਟ੍ਰਿਬਿਊਟ, ਉਸਨੇ ਗੁਰੂ ਗੋਬਿੰਦ ਸਿੰਘ ਨੂੰ ਵੀ ਦਿੱਤੀ ਹੈ। ਨਾ ਤਾਂ ਟੈਗੋਰ ਸ਼ਹੀਦਗੰਜ ਗਿਆ ਤਾਰੂ ਸਿੰਘ ਦੀ ਸ਼ਹੀਦੀ ਦੇਖਣ, ਨਾ ਟੈਗੋਰ ਕਦੀ ਪਾਉਂਟਾ ਸਾਹਿਬ ਆਇਆ, ਨਾ ਹੀ ਉਹ ਟੈਗੋਰ ਕਦੀ ਦਿੱਲੀ ਆ ਕੇ ਬੰਦਾ ਬਹਾਦਰ ਨੂੰ ਦੇਖਿਆ। ਸਿਰਫ ਫੋਟੋ ਹੀ ਦੇਖੀ ਹੈ, ਪੇਂਟਿੰਗ ਦੇਖੀ ਹੈ। ਇਤਿਹਾਸ ਵੀ ਅੰਗਰੇਜ਼ਾਂ ਦਾ ਮੈਕਗ੍ਰੈਗਰ ਦੀ ਬੁੱਕ ਸੀ,
ਜਿਹੜੀ 150 ਸਾਲ ਪਹਿਲਾਂ ਦੀ ਲਿਖੀ ਹੋਈ ਹੈ, ਅੱਜ ਤੋਂ 150 ਸਾਲ ਪਹਿਲਾਂ ਉਹ ਲਿਖ ਰਿਹਾ। ਉਸ ਵਕਤ ਵੀ ਉਹ 50 ਸਾਲ ਹੋ ਚੁੱਕੇ ਸੀ ਕਿਤਾਬ ਨੂੰ। ਗੁਰੂਆਂ ਬਾਰੇ ਕੋਈ ਇੰਨੀ ਵਧੀਆ ਨਹੀਂ, ਕਿਉਂਕਿ ਗੁਰੂਆਂ ਬਾਰੇ ਅੱਜ ਵੀ ਅਸੀਂ ਇਤਿਹਾਸ ਵਿੱਚ ਜਦੋਂ ਸ਼ਤਾਬਦੀ ਆਉਂਦੀ ਹੈ ਉਦੋਂ ਹੀ ਕੁਝ ਨਾ ਕੁਝ ਵਿਖੇੜਾ ਕਰਦੇ ਹਾਂ। ਹੁੰਦਾ ਵੀ ਸਾਡੇ ਯੂਨੀਵਰਸਿਟੀਆਂ ਤੋਂ ਹੀ ਹੈ। ਟੈਗੋਰ ਨੂੰ ਇੱਕ, ਕਿਉਂਕਿ ਮੇਰੇ ਪਿਤਾ ਜੀ ਨੂੰ ਵੀ ਅਗਰ ਕੋਈ ਪ੍ਰੇਰਨਾ ਦੇਣ ਵਾਲਾ ਸੀ ਉਹ ਭਾਈ ਰਣਜੀਤ ਸਿੰਘ ਅਤੇ ਟੈਗੋਰ ਸੀ। ਅਤੇ ਟੈਗੋਰ ਦੀ ਵਰਡਿੰਗ ਸੀ ਫਾਦਰ ਸਾਹਿਬ ਨੂੰ, ਜਦੋਂ ਮੈਂ ਦਰਬਾਰ ਸਾਹਿਬ ਗਿਆ, ਕੋਈ ਸਿੱਖ ਧਰਮ 'ਤੇ ਅੱਛੀ ਕਿਤਾਬ ਹੁੰਦੀ, ਮੈਂ ਸ਼ਾਇਦ ਸਿੱਖ ਹੁੰਦਾ। ਉਹ ਪੋਇਮ ਅਸੀਂ ਬਾਬਾ ਜੀ ਨੂੰ ਵੀ ਦਿੱਤੀ, ਮੈਂ ਇਹਨਾਂ ਨੇ ਅੱਛੀ ਤਰ੍ਹਾਂ ਇਸਤੇਮਾਲ ਕੀਤੀ। ਇਹਨਾਂ ਨੇ ਜਿਹੜਾ ਫੰਕਸ਼ਨ ਕੀਤਾ, ਪੂਰਾ ਲੋਗੋ ਬਣਾ ਕੇ ਉਹਦਾ ਪੋਇਮ ਵੀ ਲਗਾ ਕੇ ਤਾਂ ਕਿ ਲੋਕ ਪੜ੍ਹ ਸਕਣ। ਅੱਜ ਬੰਗਾਲ ਦੇ ਬੱਚੇ ਨੂੰ ਬੰਦਾ ਬਹਾਦਰ ਬਾਰੇ ਪਤਾ, ਇਹ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ। ਅਤੇ ਸਾਡੇ ਸਕੂਲ 'ਚ ਕੀ ਪੜ੍ਹਾਇਆ ਜਾਂਦਾ? ਡਿਸਟੋਰਟਡ ਹਿਸਟਰੀ, ਸਾਡੇ ਵੱਲੋਂ ਡਿਸਟੋਰਟ ਕੀਤੀ ਹਿਸਟਰੀ। ਬੰਦਾ ਬਹਾਦਰ ਨੂੰ ਬਦਨਾਮ ਕਰਨ ਵਾਲਿਆਂ 'ਚ ਸਿੱਖ ਇਤਿਹਾਸਕਾਰਾਂ ਦਾ ਜ਼ਿਆਦਾ ਹਿੱਸਾ, ਮੁਗਲ ਇਤਿਹਾਸਕਾਰਾਂ ਦਾ ਨਹੀਂ। ਸੀਰੋਡ ਮਥਾਕਰਿਨ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਬੜੀ ਬਕਵਾਸ ਕਰਦਾ, ਲੇਕਿਨ ਬੰਦਾ ਬਹਾਦਰ ਬਾਰੇ ਮੁਗਲ ਜਰਨੈਲ ਨੇ ਜਦੋਂ ਉਹਨੂੰ ਸ਼ਹੀਦ ਹੋਣ ਲੱਗਾ ਤਾਂ ਉਹਨੂੰ ਪੁੱਛਿਆ ਗਿਆ ਨਾ ਵੀ ਭਾਈ ਸ਼ਕਲ ਤੋਂ ਵੀ ਭੋਲਾ ਸਾਲਾ ਲੱਗਦਾ ਅਤੇ ਇੰਨੇ ਕਤਲ ਕਿਵੇਂ ਕਰਤੇ ਤੂੰ? ਅਤੇ ਉਸਦਾ ਜਵਾਬ ਸੀ, ਜਦੋਂ ਹੁਕੂਮਤ ਆਪਣੀ ਰਈਆ ਦਾ ਖੂਨ ਪੀਣ ਲੱਗ ਜਾਏ ਤਾਂ ਪਰਮਾਤਮਾ ਮੇਰੇ ਵਰਗੇ ਜੰਮ ਨੂੰ ਭੇਜਦਾ, ਅਤੇ ਮੇਰੇ ਵਰਗੇ ਬੰਦਿਆਂ ਤੋਂ ਜਦੋਂ ਇਸ ਲਹਿਰ ਦੇ ਵਿੱਚ ਕੋਈ ਵਧੀਕੀਆਂ ਹੋਈਆਂ ਹੋਣ, ਉਸ ਲਈ ਸ਼ਹੀਦੀ ਦਾ ਜਿਹੜਾ ਇੱਕ ਜਾਮਾ ਤਿਆਰ ਰੱਖਦਾ, ਤਾਂ ਮੈਂ ਸ਼ਹੀਦ ਲਈ ਤਿਆਰ ਹਾਂ। ਇਹ ਸੀਰੋਡ ਮਥਾਕਰਿਨ ਦਾ ਇਹ ਇੱਕ ਲਹਿਰ ਸੀ ਜਿਹਦੇ ਵਿੱਚੋਂ ਜਿਹੜੇ ਭਾਈ ਦਇਆ ਸਿੰਘ ਵੀ ਜ਼ਿਕਰ ਕਰਦੇ ਨੇ ਨਾ, ਇਹਨਾਂ ਡਾਕਟਰ ਸਾਹਿਬ ਨੂੰ ਜ਼ਿਕਰ ਕਿ 5 ਤਰ੍ਹਾਂ ਦਾ ਸਿੱਖ ਉਦੋਂ ਵੀ ਸੀ। ਕੀ ਸੀ? ਧੰਦੇ ਦੇ ਸਿੱਖ, ਦੇਖਾ ਦੇਖੀ ਵਾਲੇ ਸਿੱਖ, ਹਿਰਸੀ ਸਿੱਖ, ਭੇਖੀ ਸਿੱਖ ਅਤੇ ਸਿਦਕੀ ਸਿੱਖ। ਇਹ ਸਿਦਕੀ ਸਿੱਖਾਂ 'ਚੋਂ ਸੀ, ਅਤੇ ਸਿਦਕੀ ਸਿੱਖ ਹੀ ਅਰਦਾਸ 'ਚ ਯਾਦ ਕੀਤੇ ਜਾਂਦੇ ਨੇ। ਭੇਖ ਵਾਲੇ ਤਾਂ ਬਹੁਤ ਤੁਰੇ ਫਿਰਦੇ ਨੇ, ਉਹਨਾਂ ਨੇ ਸਾਡਾ ਨੁਕਸਾਨ ਵੀ ਬਹੁਤ ਕੀਤਾ। ਸਰਦਾਰ ਨੂੰ ਮਾਰੇ ਸਰਦਾਰ, ਤੀਆ ਮਾਰੇ ਕਰਤਾਰ, ਦੂਜੀ ਕੋਈ ਤਾਕਤ ਨਹੀਂ। ਹੁਣ ਤੁਸੀਂ ਇਹ ਦੇਖੋ ਕਿ ਇੱਥੇ ਹੀ ਨਹੀਂ ਰਵਿੰਦਰ ਨਾਥ ਟੈਗੋਰ ਨੇ ਵਸ ਕੀਤੀ, 2 ਕਵੀ ਹੋਰ ਦੱਸਦਾ। ਰਵਿੰਦਰ ਨਾਥ ਟੈਗੋਰ ਵੀ, ਇਹ ਜਿਹੜੀ ਮੂਵਮੈਂਟ ਸੀ ਜਿਸ ਨੇ ਇੱਕ ਆਜ਼ਾਦ ਕਰਾਤਾ, ਪਰ ਹੈ ਨਾ ਰੱਬ ਵੀ ਨਿਆਂ ਕਰਦਾ। ਫਰੁਖਸੀਅਰ ਨੂੰ ਵੀ 2 ਸਾਲ ਦੇ ਅੰਦਰ ਉਹਦੇ ਹੀ ਮੰਤਰੀ ਨੇ ਕੈਦ ਕਰਕੇ ਅੱਖਾਂ ਕੱਢੀਆਂ ਸੀ ਅਤੇ ਮਰਵਾ ਦਿੱਤਾ ਸੀ। ਫਰੁਖਸੀਅਰ ਨੂੰ ਵੀ, ਉਹ ਵੀ ਇੰਝ ਹੀ ਮਰਿਆ ਫਿਰ, ਠੀਕ ਹੈ ਨਾ। ਜਦੋਂ ਇੱਥੇ ਬੂਟਾ ਸਿੰਘ ਆਇਆ ਨਾ ਦਰਬਾਰ ਸਾਹਿਬ, ਅਤੇ ਬਾਬਾ ਖੜਕ ਸਿੰਘ ਨੂੰ ਮਿਲੇ, ਅਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਭਾਈ ਤੇਰੀ ਬੇਬੇ ਨੂੰ ਇੱਥੋਂ ਜੇ ਚਾਹੀਦਾ ਸੀ ਸੰਤ ਜਰਨੈਲ ਸਿੰਘ ਅਤੇ ਸਾਨੂੰ ਕਹਿ ਦਿੰਦੀ। ਇੱਥੇ ਇੱਕ ਤਾਂ ਆ ਕੇ ਲੋਕ ਕੋਈ 10 ਰੁਪਏ ਚੜ੍ਹਾਉਣ, ਮਹਾਰਾਜ ਨੇ ਰੱਖੇ ਹੀ ਨਹੀਂ, ਉਹ ਤਾਂ ਲੱਖਾਂ ਹੀ ਮੋੜ ਦਿੰਦੇ ਨੇ। ਅਤੇ ਤੇਰੀ ਬੇਬੇ ਨੇ ਇੱਥੇ ਬਰੂਦ ਚੜ੍ਹਾਇਆ, ਉਹਦੇ ਹਿੱਸੇ ਬਰਦੂਦ ਆਏਗਾ। ਆਇਆ? ਫਰੁਖਸੀਅਰ ਨੇ ਅਗਰ ਉਹਦੀਆਂ ਅੱਖਾਂ ਕੱਢੀਆਂ ਤਾਂ ਉਹਦੀਆਂ ਵੀ ਅੱਖਾਂ ਹੀ ਕੱਢੀਆਂ, ਕਿਉਂਕਿ ਇਹ ਇੱਕ ਡਿਵਾਈਨ ਜਸਟਿਸ ਹੈ ਹਰੇਕ ਬੰਦੇ ਲਈ। ਹੁਣ ਰਵਿੰਦਰ ਨਾਥ ਟੈਗੋਰ ਜਦੋਂ ਰਾਸ਼ਟਰੀ ਗਾਨ ਲਿਖ ਰਿਹਾ, ਸਭ ਤੋਂ ਪਹਿਲਾਂ ਕਿਸ ਨੂੰ ਬੋਲ ਰਿਹਾ? ਪੰਜਾਬ ਦਾ ਨਾਮ ਹੈ। ਪੰਜਾਬ, ਸਿੰਧ, ਗੁਜਰਾਤ, ਮਰਾਠਾ, ਇਹ ਜਿਹੜੀ ਪੰਜਾਬ ਦੀ ਕੁਰਬਾਨੀ ਸੀ, ਸਵੋਡੌਮ ਬਣੀ ਸਾਰੇ ਹਿੰਦੁਸਤਾਨ ਦੀ ਆਜ਼ਾਦੀ ਲਈ, ਇਹ ਉਸ ਦੀ ਰੈਕਗਨੀਸ਼ਨ ਸੀ। ਫਿਰ ਕਵੀ ਪ੍ਰਦੀਪ ਨੇ ਚਾਈਨਾ ਵਾਰ ਤੋਂ ਬਾਅਦ ਜਦੋਂ ਲਿਖਿਆ ਹੈ ਮੇਰੇ ਵਤਨ ਕੋ ਲੋਗੋ,
ਕਿ ਤੁਸੀਂ ਸ਼ੁਰੂ ਕਰਦਾ ਕੋਈ ਸਿੱਖ ਕੋਈ ਜਾਟ ਮਰਾਠਾ, ਫਿਰ ਉਹ ਪਹਿਲਾਂ ਸਿੱਖ ਨੂੰ ਯਾਦ ਕਰਦਾ। ਅਸੀਂ ਆਪਣਾ ਜਿਹੜਾ ਸਾਡਾ ਵਿਰਸਾ ਹੈ ਨਾ, ਉਹ ਬਹੁਤ ਅਮੀਰ ਹੈ, ਪਰ ਉਸ ਦੀ ਅਮੀਰੀ ਜਿਹੜੀ ਹੈ ਉਹ ਹੈ ਪੋਸਟਾਂ ਲੈਣ ਦੇ ਲਈ ਨਹੀਂ ਹੈ, ਉਹ ਇਸ ਦੀ ਖੁਸ਼ਬੂ ਫੈਲਾਉਣ ਦੇ ਲਈ ਹੈ, ਉਹ ਪੈਸੇ ਵਟਣ ਲਈ ਨਹੀਂ ਹੈ, ਉਹ ਸੇਵਾ ਲਈ ਹੈ, ਗੁਰੂ ਦੀ ਨੌਕਰੀ ਕਰਨ ਲਈ ਨਹੀਂ, ਗੁਰੂ ਦੀ ਚਾਕਰੀ ਲਈ ਹੈ। ਅਤੇ ਜਿਹੜਾ ਗੁਰੂ ਦਾ ਚਾਕਰ ਬਣਦਾ ਉਹਨੂੰ ਬਹੁਤ ਕੁਝ ਮਿਲ ਜਾਂਦਾ, ਉਹਨੂੰ ਕਿਸੇ ਤੋਂ ਮੰਗਣ ਦੀ ਵੀ ਲੋੜ ਪੈਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।